ਸਰਵਣ ਕਰ ਰਹੇ ਹੋ। ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ। ਜਿਸ ਤਰ੍ਹਾਂ ਕਿ ਅਨਾਊਂਸਮੈਂਟ ਕੀਤੀ ਗਈ ਸੀਗੀ ਵੀ ਅੱਜ ਸਾਡੇ ਕੋਲ ਵਿਸ਼ੇਸ਼ ਕਰਕੇ ਬੀਬੀ ਹਰਚਿੰਦਰ ਕੌਰ ਜੋ ਪੰਜਾਬ ਤੋਂ ਵਿਸ਼ੇਸ਼ ਕਰਕੇ ਇਸ ਸਮੇਂ ਇੰਗਲੈਂਡ ਦੀ ਫੇਰੀ 'ਤੇ ਹਨ। ਬੀਬੀ ਜੀ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ। ਸਾਰਾ ਹੀ ਪਰਿਵਾਰ ਉਹਨਾਂ ਦਾ ਜੋ ਗੁਰਸਿੱਖੀ ਜੀਵਨ ਅਤੇ ਸਿੱਖ ਪੰਥ ਲਈ ਹਰੇਕ ਖੇਤਰ ਦੇ ਵਿੱਚ ਜੋ ਉਹਨਾਂ ਨੇ ਕੰਮ ਕੀਤੇ ਹਨ। ਜੇ ਦਾਸ ਸ਼ੁਰੂ ਕਰੇ ਉਹਨਾਂ ਦੇ ਨਾਨਾ ਜੀ ਸਰਦਾਰ ਸਾਹਿਬ ਸਿੰਘ ਜੀ, ਉਹਨਾਂ ਨੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੂਰਾ ਹੀ ਉਲੱਥਾ ਵਿਆਖਿਆ ਜਿਹੜੀ ਹੈਗੀ ਕੀਤੀ ਹੈਗੀ ਹੈ। ਜੋ ਅੱਜ ਵੀ ਜਿਹੜਾ ਹਰਿਮੰਦਰ ਸਾਹਿਬ ਤੋਂ ਹੁਕਮਨਾਮਾ ਆਉਂਦਾ ਹੈ ਉਹਦੇ ਵਿੱਚ ਜੋ ਵਿਆਖਿਆ ਉਹ ਜੋ ਭਾਈ ਸਾਹਿਬ ਸਿੰਘ ਜੀ ਉਹਨਾਂ ਦੀ ਜੋ ਵਿਆਖਿਆ ਕੀਤੀ ਉਹਨੂੰ ਜਿਹੜਾ ਹੈਗਾ ਹੈ ਇਸਤੇਮਾਲ ਕੀਤਾ ਜਾਂਦਾ ਹੈ। ਸੋ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਪ੍ਰੀਤਮ ਸਿੰਘ ਜੀ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਪੰਜਾਬੀ ਭਾਸ਼ਾ ਨੂੰ ਅੱਗੇ ਚੱਕਣ ਵਾਸਤੇ ਜਿਹੜਾ ਹੈਗਾ ਆਪਣਾ ਲਾਇਆ। ਅਤੇ ਹੁਣ ਅੱਗੇ ਵੈਸੇ ਬੀਬੀ ਜੀ ਦਾ ਆਪਣਾ ਜਿਹੜਾ ਨਿੱਜੀ ਉਹਨਾਂ ਦਾ ਜਿਹੜਾ ਕਿੱਤਾ ਹੈਗਾ ਡਾਕਟਰੀ ਦਾ ਹੈ, ਪਰ ਜੋ ਉਹਨਾਂ ਨੂੰ ਵਿਰਾਸਤ ਵਿੱਚ ਮਿਲਿਆ ਫੈਮਿਲੀ ਵਿੱਚੋਂ ਉਸ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਜੋ ਹੈਗਾ ਇਹ ਸਿੱਖ ਪੰਥ ਵਿੱਚ ਜੋ ਹੋ ਰਹੀਆਂ ਵਧੀਕੀਆਂ, ਖਾਸ ਕਰਕੇ ਜੋ ਬੀਬੀਆਂ ਦੇ ਨਾਲ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜੋ ਕੀਤਾ ਜਾਂਦਾ ਹੈ ਅਧਿਕਾਰ ਹਿਊਮਨ ਰਾਈਟ, ਉਹਨੂੰ ਵੱਖ-ਵੱਖ ਤਰੀਕੇ ਨਾਲ ਗੁਰਬਾਣੀ ਦੇ ਆਧਾਰਿਤ ਗੁਰਬਾਣੀ ਦੇ ਵਿੱਚੋਂ ਜੋ ਸ਼ਬਦ ਲੈ ਕਰਕੇ ਉਹਨਾਂ ਨੇ ਅਨੇਕਾਂ ਹੀ ਜਿਹੜੀਆਂ ਹੈਗਾ ਇਹ ਕਿਤਾਬਾਂ ਵੀ ਲਿਖੀਆਂ ਨੇ। ਬਾਕੀ ਉਹ ਹੋਰ ਇਹਦੇ ਬਾਰੇ ਚਾਨਣਾ ਸਾਨੂੰ ਆਪ ਆਉਣਗੇ। ਸੋ ਅਸੀਂ ਬੀਬੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਅੱਜ ਇੱਥੇ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਉਹਨਾਂ ਨੇ ਇਹ ਜੋ ਮੌਕਾ ਬਖਸ਼ਿਆ ਹੈ। ਸੋ ਦਾਸ ਬੀਬੀ ਜੀ ਨੂੰ ਪਹਿਲਾਂ ਬੁਲਾਉਣ ਤੋਂ ਪਹਿਲਾਂ ਦਾਸ ਬੇਨਤੀ ਕਰੂਗਾ ਸਰਦਾਰ ਸਰਦੂਲ ਸਿੰਘ ਜੀ ਜੋ ਉਹਨਾਂ ਦੇ ਟੀਮ ਦੇ ਵਿੱਚ ਜਿਹੜੇ ਕੰਮ ਕਰਦੇ ਹਨ, ਉਹ ਕੁਛ ਮਿੰਟਾਂ ਵਾਸਤੇ ਜੋ ਪ੍ਰੋਜੈਕਟ ਜੋ ਚੱਲ ਰਹੇ ਹਨ ਉਹਦੇ ਬਾਰੇ ਚਾਨਣਾ ਪਾਉਣਗੇ। ਉਹਨਾਂ ਤੋਂ ਉਪਰੰਤ ਸਰਦਾਰ ਚਿੰਦਰਪਾਲ ਸਿੰਘ ਜੀ ਕੁਝ ਮਿੰਟਾਂ ਵਾਸਤੇ, ਫਿਰ ਜੋ ਅੱਗੇ ਜਿਹੜਾ ਹੈਗਾ ਹੈ ਬੀਬੀ ਜੋ ਆਪਣਾ ਜੋ ਉਹਨਾਂ ਨੇ ਟੋਕ ਕਰਨੀ ਹੈ। ਉਹਨਾਂ ਤੋਂ ਉਪਰੰਤ ਸਾਡੇ ਕੋਲ ਅੱਜ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ, ਉਹਨਾਂ ਨੇ ਵੀ ਹਾਜ਼ਰੀਆਂ ਭਰਨੀਆਂ ਹਨ। 7:15 ਤੋਂ 8 ਵਜੇ ਤੱਕ ਉਹਨਾਂ ਨੇ ਕੀਰਤਨ ਕਰਨਾ ਹੈ। ਭਾਈ ਸਾਹਿਬ ਭਾਈ ਕਰਨੈਲ ਸਿੰਘ ਦਾ ਜੋ ਜਥਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਉਹ ਵੀ ਹਾਜ਼ਰੀਆਂ ਭਰਨਗੇ। ਸੋ ਇਸੇ ਤਰ੍ਹਾਂ 8 ਵਜੇ ਤੱਕ ਦੀਵਾਨ ਸੱਜਣੇ ਹਨ। ਸੋ ਦਾਸ ਬੇਨਤੀ ਕਰੂਗਾ ਸਰਦਾਰ ਸਰਦੂਲ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਪ੍ਰਬੰਧਕ ਸੱਜਣਾ ਦਾ ਜਿਨ੍ਹਾਂ ਨੇ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਆਪ ਦੇ ਸਾਹਮਣੇ ਪੇਸ਼ ਕੀਤਾ। ਮੈਂ ਡਿਟੇਲ ਦੇ ਵਿੱਚ ਜਾਣ ਤੋਂ ਪਹਿਲਾਂ, ਕਿਉਂਕਿ ਡਾਕਟਰ ਹਰਸ਼ਿੰਦਰ ਕੌਰ ਜੀ ਜਿਵੇਂ ਆਪ ਨੂੰ ਪਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ, ਇਹ ਗੁਰੂ ਨਾਨਕ ਦੀ ਬਾਣੀ ਆਸਾ ਦੀ ਵਾਰ ਦੇ ਵਿੱਚ ਉਸ ਨੂੰ ਲੈ ਕੇ, ਕਿਉਂਕਿ ਜੋ ਵਧੀਕੀਆਂ ਬੇਪਤੀਆਂ ਔਰ ਔਰਤਾਂ ਦੇ ਤਸ਼ੱਦਦ ਹੋ ਰਹੇ ਨੇ ਉਹ ਆਵਾਜ਼ ਬੁਲੰਦ ਕਰ ਰਹੇ ਨੇ। ਹੁਣੇ ਇਹ ਵਾਸ਼ਿੰਗਟਨ ਤੋਂ ਬੋਲ ਕੇ ਆਏ ਨੇ, ਜਿਹੜੀ ਸਟੇਜ ਦੇ ਉੱਤੇ ਕਿਤੇ ਕੈਨੇਡੀ ਵਰਗੇ, ਓਬਾਮਾ ਵਰਗੇ ਜਾਂ ਮਾਰਟਨ ਲੂਥਰ ਕਿੰਗ ਵਰਗੇ ਉੱਥੇ ਬੋਲ ਕੇ ਇੱਥੇ ਸਿੱਧੇ ਆਏ ਨੇ। ਥੋੜ੍ਹੇ ਜਿਹੇ ਮਹੀਨੇ ਹੋ ਜਦੋਂ ਇਹ ਸਵਿਟਜ਼ਰਲੈਂਡ UN ਦੇ ਵਿੱਚ ਬੋਲ ਕੇ ਆਏ ਨੇ, ਅਤੇ ਉੱਥੇ ਇਹ ਗੱਲ ਹੋਈ ਕਿ UN ਨੂੰ ਪਟੀਸ਼ਨ ਦਿੱਤਾ ਜਾਵੇ ਜਿਹੜੇ ਪੇਰੈਂਟਸ, ਜਿਹੜੇ ਮਾਪੇ ਲੜਕੀਆਂ ਨੂੰ ਜਾਂ ਉਹ ਪੇਟ ਵਿੱਚ ਮਾਰਦੇ ਨੇ ਜਾਂ ਜਨਮ ਤੋਂ ਬਾਅਦ ਮਾਰਦੇ ਨੇ, ਦੁਨੀਆ ਦੀਆਂ ਹਰ ਗੌਰਮੈਂਟਾਂ ਨੂੰ ਇਹ ਹਦਾਇਤ ਕੀਤੀ ਜਾਵੇ, ਕਾਨੂੰਨ ਬਣਾਇਆ ਜਾਵੇ ਕਿ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸਿਸ ਹੋਣ। ਉਸ ਵਾਸਤੇ ਅਸੀਂ ਇਹ ਪਟੀਸ਼ਨ, ਜੋ ਇਹ ਪਟੀਸ਼ਨ
ਡਾਕਟਰ ਹਰਸ਼ਿੰਦਰ ਕੌਰ ਜੀ ਮਾਰਚ ਦੇ ਵਿੱਚ UN ਨੂੰ ਦੇਣਗੇ ਤੇ ਅਸੀਂ ਵੀ ਉੱਥੇ ਇਹਨਾਂ ਦੇ ਨਾਲ ਪਹੁੰਚਾਂਗੇ। ਇਹ ਪਟੀਸ਼ਨ ਪੇਪਰ ਕਾਪੀ ਹੈ। ਜਿਹੜੇ ਇੰਟਰਨੈਟ ਨਹੀਂ ਵਰਤ ਸਕਦੇ ਉਹ ਇਸ ਕਾਪੀ ਦੇ ਉੱਤੇ ਸਾਈਨ ਕਰ ਦੇਣ ਤੇ ਪ੍ਰਬੰਧਕ ਸਾਨੂੰ ਉਹ ਇਹ ਕਾਪੀ ਪਹੁੰਚਾ ਦੇਣਗੇ। ਜਿੰਨੇ ਵੀ ਵੱਧ ਤੋਂ ਵੱਧ ਸਾਈਨ ਕਰ ਸਕਣ, ਅਸੀਂ ਕੁਝ ਕਾਪੀਆਂ ਇਹਨਾਂ ਦੇ ਕੋਲ ਦੇ ਜਾਣ ਤੇ ਫੋਟੋ ਕਾਪੀ ਕਰਕੇ ਇਹ ਆਪ ਤੇ ਜਿਹੜੇ ਪਟੀਸ਼ਨ ਹੈਗਾ ਆਪਣੇ ਇੰਟਰਨੈਟ 'ਤੇ ਉਸ ਦਾ ਲਿੰਕ ਜਿਹੜਾ ਹੈਗਾ ਉਹ ਵੀ ਅਸੀਂ ਪ੍ਰਬੰਧਕ ਸੱਜਣਾਂ ਨੂੰ ਦੇ ਦਾਂਗੇ ਤੇ ਤਾਂ ਕਿ ਉਹ ਤੁਸੀਂ ਇੰਟਰਨੈਟ ਦੇ ਉੱਤੇ ਜਾ ਕੇ ਵੀ ਸਾਈਨ ਕਰਦੇ। ਜੇ ਇੰਟਰਨੈਟ 'ਤੇ ਕਰੋਗੇ ਸਾਈਨ ਤਾਂ ਜਿਹੜਾ ਜ਼ਿਆਦਾ ਸੌਖਾ ਰਹੇਗਾ। ਅਤੇ ਇਹਨਾਂ ਨੇ ਤਕਰੀਬਨ 40 ਕਿਤਾਬਾਂ ਲਿਖੀਆਂ ਨੇ ਅਤੇ ਕੁਝ ਕਾਪੀਆਂ ਸਾਡੇ ਕੋਲ ਬੱਚੀਆਂ ਨੇ, ਕੁਝ ਅਮਰੀਕਾ ਤੋਂ, ਕੁਝ ਇੱਥੇ ਹੱਥੋਂ ਹੱਥੀ ਸੰਗਤਾਂ ਲੈ ਗਈਆਂ ਨੇ। ਇਹ ਕਿਸੇ ਨੂੰ ਕਾਪੀ ਚਾਹੀਦੀ ਹੋਵੇ ਜੋ ਇਹਨਾਂ ਨੇ ਬੱਚਿਆਂ ਦੇ ਮਨੋਵਿਗਿਆਨ ਵਿਸ਼ਲੇਸ਼ਣ, ਖੁਰਾਕ ਬਾਰੇ ਸੰਪੂਰਨ ਜਾਣਕਾਰੀ ਅਤੇ ਇਹਨਾਂ ਦੇ ਪਿਤਾ ਜੀ ਪ੍ਰੋਫੈਸਰ ਪ੍ਰੀਤਮ ਸਿੰਘ ਜੀ ਦੇ ਨਾਲ ਜੋ ਇਹਨਾਂ ਨੇ ਆਪਣੇ ਕੁਝ ਲੇਖ ਉਹਨਾਂ ਦੇ ਬਾਰੇ ਅਤੇ ਕੁਝ ਉਹਨਾਂ ਦੇ ਨਾਲ ਜੋ ਸਾਂਝ ਸੀ ਉਹਨਾਂ ਦੇ ਨਾਲ ਲਿਖੇ ਨੇ। ਸੋ ਮੈਂ ਜਿਹੜੀ ਹੁਣੇ ਅੱਜ ਸ਼ਾਇਦ ਕਿਸੇ ਸਾਰਿਆਂ ਨੇ ਟੈਲੀਵਿਜ਼ਨ 'ਤੇ ਦੇਖਿਆ ਹੋਵੇਗਾ ਜੋ ਮੈਂ ਲਾਈਵ ਪ੍ਰੋਗਰਾਮ ਕਰਕੇ ਆਇਆ, ਇਹ ਕਿਤਾਬ ਹੈ ਜੋ ਇੱਕ ਹਿਸਟੋਰਿਕ ਕਿਤਾਬ ਹੈ ਜਿਹਦੇ ਵਿੱਚ ਇਹਨਾਂ ਨੇ ਜੋ 550ਵਾਂ ਵਰ੍ਹਾ ਚੱਲ ਰਿਹਾ ਹੈ ਗੁਰੂ ਨਾਨਕ ਦੇਵ ਜੀ ਦੀ ਉਹ ਬਾਣੀ, ਜਿਵੇਂ ਖਿਮਾ ਕਿਰਤ ਕਰਨੀ, ਉਹਨਾਂ ਦਾ ਜਿੱਥੇ ਉਲੱਥਾ ਪੰਜਾਬੀ ਦੇ ਵਿੱਚ ਹੈ ਉੱਥੇ ਡਾਕਟਰੀ ਹਿਸਾਬ ਦੇ ਨਾਲ ਵਿਗਿਆਨਕ ਤੌਰ 'ਤੇ ਜਾਂ ਉਸ ਦਾ ਅਸਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੈ ਅਤੇ ਉਹ ਚੋਣਵੀਆਂ ਜਿਹੜੀਆਂ ਤੁਕਾਂ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਅਰਥ ਨੇ ਅੰਗਰੇਜ਼ੀ ਦੇ ਵਿੱਚ ਵੀ ਅਤੇ ਬੱਚੇ ਵੀ ਪੜ੍ਹ ਸਕਦੇ ਅਤੇ ਸਿਆਣੇ ਵੀ ਪੜ੍ਹ ਸਕਦੇ ਨੇ। ਇਹ ਕਿਤਾਬ ਤੁਸੀਂ ਸਿੰਘ ਬ੍ਰਦਰਜ਼ ਦੇ ਕੋਲੋਂ ਮੰਗਵਾ ਸਕਦੇ ਹੋ ਕਿਉਂਕਿ ਸਾਡੇ ਕੋਲ ਤਾਂ ਸਿਰਫ 2 ਹੀ ਕਾਪੀਆਂ ਬਚੀਆਂ ਹਨ। ਸੋ ਇੱਕ ਇਹ ਉੱਥੇ ਅਮਰੀਕਾ ਲਾਇਬ੍ਰੇਰੀ ਦੇਗਾ ਅਤੇ ਇੱਕ ਅਸੀਂ ਬਰਮਿੰਘਮ ਲਾਇਬ੍ਰੇਰੀ ਦੇ ਵਿੱਚ ਦੇਣੀ ਹੈਗੀ ਆ ਅਤੇ ਇੱਕ ਕਿਤਾਬ ਹੈ ਜਿਹੜੀ ਆਲਰੇਡੀ ਕਿਸੇ ਨੇ ਸਾਡੇ ਕੋਲੋਂ ਉਹ ਲੈ ਲਈ ਹੈ। ਵੈਸੇ ਇਸ ਦਾ ਹੁਣ ਤਾਂ ਮੁੱਲ ਹੈਗਾ ਤਕਰੀਬਨ 60 ਪਾਉਂਡ ਕਿਉਂਕਿ ਇਹਦੀ ਆਹ ਜੋ ਲਿਖਿਆ ਹੈ ਗੋਲਡ ਜਿਹਦੇ ਝਾਲ ਕਹਿੰਦੇ ਹੁੰਦੇ ਆ ਉਹ ਤਾਂ ਸਾਰੇ ਪਾਸੇ, ਕਿਉਂਕਿ ਇਹ ਕਿਤਾਬ ਬਹੁਤ ਹੀ ਪੜ੍ਹਨਯੋਗ ਹੈ ਅਤੇ ਇਹ ਇਹਨਾਂ ਨੇ ਲਿਖੀ ਹੈ ਅਤੇ ਔਰ ਪੰਜਾਬ ਦੀ ਗੌਰਮੈਂਟ ਨੇ ਇਹ ਰਿਲੀਜ਼ ਕਰਨੀ ਹੈ। ਜਿੱਦਣ ਇਹ ਦਿਨ ਮਨਾਇਆ ਜਾਣਾ ਤਾਂ ਉੱਥੇ ਅੱਗੇ ਨਹੀਂ ਤਾਂ ਲੱਕੜੀ ਦੀਆਂ ਮੋਮੈਂਟੋ ਦਿੰਦੇ ਹੁੰਦੇ ਸੀ ਅਤੇ ਐਤਕੀ ਸਾਰਿਆਂ ਨੂੰ ਇਹ ਕਿਤਾਬ ਦਿੱਤੀ ਜਾਵੇਗੀ। ਅੱਜ ਹੀ ਅਸੀਂ ਮਿਨਿਸਟਰ ਸਾਹਿਬ ਹੁਣਾਂ ਦੇ ਨਾਲ ਵੀ ਲਾਈਵ ਗੱਲ ਕੀਤੀ ਹੈ ਜਿਹੜਾ ਇਸ ਕੰਮ ਦੇ ਇੰਚਾਰਜ ਨੇ। ਸੋ ਡਾਕਟਰ ਸਾਹਿਬ ਜੀ ਨੂੰ ਇੰਟਰੋਡਿਊਸ ਸ਼ਿੰਦਰਪਾਲ ਜੀ ਹੁਣ ਕਰਨਗੇ। ਸੋ ਇਹ ਕੁਝ ਮੈਂ ਅਤੇ ਪ੍ਰੋਜੈਕਟ ਤਾਂ ਹੋਰ ਵੀ ਕਾਫੀ ਨੇ ਜਿਹੜੇ ਇਸ ਵੇਲੇ ਪ੍ਰੋਜੈਕਟ ਚੱਲ ਰਹੇ ਨੇ ਅਤੇ ਅਸੀਂ ਇਹਨਾਂ ਦੇ ਨਾਲ ਹਾਂ ਅਤੇ ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਜਾਨ। ਸਾਡਾ ਖਿਆਲ ਹੈ ਕਿ ਦੁਨੀਆ ਭਰ ਦੀ ਉਹ ਔਰਗਨਾਈਜੇਸ਼ਨ ਬਣਾਈ ਜਾਵੇ ਜਿਹਦੇ ਵਿੱਚ ਸਿਰਫ ਅਤੇ ਸਿਰਫ ਇਹੀ ਕੰਮ ਹੋਵੇਗਾ ਵੀ ਹਾਂ ਜਿਹੜੀਆਂ ਸਾਡੀਆਂ ਬੱਚੀਆਂ ਅਤੇ ਪੀੜਤ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਬਾਰੇ ਖਿਆਲ ਕੀਤਾ ਜਾਵੇ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ। ਮੈਂ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਮੰਗਦਾ। ਸ਼ਿੰਦਰਪਾਲ ਜੀ ਹੁਣ ਸਟੇਜ 'ਤੇ ਆਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਅਤੇ ਪਵਿੱਤਰ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਚਾਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰਾ ਮੇਰੇ ਵੀਰ ਜਗਰੂਪ ਜੀ ਨੇ, ਮਰਵਾਹਾ ਜੀ ਨੇ ਔਰ ਸੰਗਤਾਂ ਨੇ ਆਪ ਬਹੁਤ ਸਾਰਾ ਇਹਨਾਂ ਬਾਰੇ ਸੁਣਿਆ ਹੈ। ਸੋ ਮੇਰੇ ਕੋਲ ਸ਼ਾਇਦ ਇਹਨਾਂ ਦੀ ਸ਼ਖਸੀਅਤ ਨੂੰ ਬਿਆਨਣ ਵਾਸਤੇ ਸ਼ਬਦਾਂ ਦੀ ਮੈਨੂੰ ਥੋੜ੍ਹ ਪਵੇ। ਇੱਕ ਔਰਤ ਅਤੇ ਇੱਕ ਮਾਹਰ ਡਾਕਟਰ ਹੋਣ ਦੇ ਨਾਲ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਇੱਕ ਮਾਂ, ਇੱਕ ਪਤਨੀ, ਇੱਕ ਭੈਣ, ਪਾਪਾ ਪ੍ਰੀਤਮ ਸਿੰਘ ਦੀ ਲਾਡਲੀ ਬੇਟੀ ਅਤੇ ਸਰਦਾਰ ਸਾਹਿਬ ਸਿੰਘ ਜੀ ਜਿਨ੍ਹਾਂ ਦੀ ਜਗਰੂਪ ਸਿੰਘ ਨੇ ਗੱਲ ਕੀਤੀ ਹੈ ਉਹਨਾਂ ਦੀ ਲਾਡਲੀ ਦੋਹਤਰੀ ਹੈ। ਸੋ ਇਹਨਾਂ ਨੂੰ ਵਿਰਸੇ ਵਿੱਚੋਂ ਹੀ ਜੋ ਗੁੜਤੀ ਮਿਲੀ ਹੈ ਪੰਥ ਸੇਵਾ ਦੀ, ਕੌਮ ਸੇਵਾ ਦੀ, ਦੇਸ਼ ਸੇਵਾ ਦੀ, ਉਸ ਨੂੰ ਬਾਖੂਬੀ ਨਿਭਾ ਰਹੇ ਨੇ। ਪਰ ਇੱਕ ਜਿਹੜੀ ਗੱਲ ਮੈਂ ਇਹਨਾਂ ਬਾਰੇ ਕਹਿਣੀ ਚਾਹੁੰਦਾ, ਸ਼ਾਇਦ ਇਹ ਨਹੀਂ ਵੀ ਕਹਿ ਸਕਦੇ ਕਿਉਂਕਿ ਵਿਸ਼ਾ ਇਹਨਾਂ ਦੇ ਬਹੁਤ ਹੁੰਦੇ ਆ। ਜੋ ਸਾਨੂੰ ਇਹ ਦਿਸਦੇ ਨੇ ਜਾਂ ਸਾਨੂੰ ਸੁਣੀਂਦੇ ਨੇ ਜਾਂ ਜੋ ਇਹ ਕਰਦੇ ਨੇ, ਇਹਨਾਂ ਦਾ ਬਹੁਤ ਸਾਰਾ ਮੈਨੂੰ ਲੱਗਦਾ ਜਿਹੜਾ ਪੱਖ ਆ ਉਹ ਗੁੱਝਾ ਵੀ ਰਹਿ ਜਾਂਦਾ ਹੈ। ਅਤੇ ਉਹ ਪੱਖ ਦੇਖਦੇ ਹਾਂ ਕਿ ਜੋ ਹਰ ਮਜ਼ਲੂਮ, ਲਾਚਾਰ ਅਤੇ ਦੱਬੀ ਕੁਚਲੀ ਜਾ ਰਹੀ ਔਰਤ ਦੇ ਅਰਮਾਨਾਂ ਦੀ ਹੂਕ ਜੋ ਆਪਣੇ ਪਿੰਡੇ 'ਤੇ ਹਟਾਉਂਦੀ ਹੈ। ਔਰ ਇਸ ਦੇ ਨਾਲ ਹੀ ਜਿਵੇਂ ਕਿ ਸਾਡੇ ਬਹੁਤ ਸਾਰੇ ਦਰਸ਼ਕ ਜਾਂ ਸੰਗਤ ਨੂੰ ਪਤਾ ਹੈ ਕਿ ਪੰਜਾਬ ਦੀ ਜੋ ਹਕੂਮਤ ਹੈ ਜਾਂ ਸਿਸਟਮ ਹੈ ਉਹਦੇ ਵਿੱਚ ਜੋ ਭ੍ਰਿਸ਼ਟ ਹੁਕਮਰਾਨਾਂ ਦੇ ਗੁੱਝੇ ਤਸ਼ੱਦਦ ਨੂੰ ਜਰਨਾ ਅਤੇ ਬਿਆਨ ਨਾ ਕਰ ਸਕਣਾ ਵੀ ਕਿੰਨਾ ਅਸਹਿ ਹੁੰਦਾ ਹੈ।
ਮਾਨਸਿਕ ਤਸ਼ੱਦਦ ਜੇ ਆਪਾਂ ਕਹੀਏ ਕਿ ਸਰੀਰਕ ਤਸ਼ੱਦਦ ਤੋਂ ਵੀ ਜ਼ਿਆਦਾ ਗਹਿਰਾ ਅਤੇ ਡੂੰਘਾ ਅਤੇ ਮਾਰੂ ਅਸਰ ਕਰਦਾ ਹੈ, ਜਿਸ ਦੇ ਵਿੱਚੋਂ ਇਹਨਾਂ ਨੂੰ ਖੁਦ ਵੀ ਗੁਜ਼ਰਨਾ ਪਿਆ ਹੈ ਅਤੇ ਪੈਂਦਾ ਹੈ। ਸੋ ਇਹ ਵੀ ਪੱਖ ਕਈ ਵਾਰੀ ਇਹ ਨਹੀਂ ਰੱਖ ਸਕਦੇ, ਪਰ ਉਹ ਜਿਹੜੇ ਗੁੱਝੇ ਪੱਖ ਨੇ ਉਹਨਾਂ ਨੂੰ ਵੀ ਸਾਨੂੰ ਸਮਝਣਾ ਅਤੇ ਧਿਆਨ 'ਚ ਰੱਖਣ ਦੀ ਲੋੜ ਹੈਗੀ ਆ। ਔਰ ਇਸ ਦੇ ਨਾਲ ਹੀ ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਪ੍ਰੋਜੈਕਟ ਹੈਗਾ, ਜਿਹੜੇ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੇ ਜਿਹੜੇ ਖੁਦਕੁਸ਼ੀ ਕਰ ਗਏ ਬਾਪ ਨੇ, ਮਾਤਾਵਾਂ ਨੇ, ਜਾਂ ਕੈਂਸਰ ਦੇ ਪੀੜਤ ਮਾਪੇ ਨੇ, ਉਹਨਾਂ ਦੀਆਂ ਬੱਚੀਆਂ 413 ਬੱਚੀਆਂ ਦੀਆਂ ਇਹ ਫੀਸਾਂ ਭਰਦੇ ਨੇ ਹਰ ਮਹੀਨੇ। ਕੋਈ 2.5 ਲੱਖ ਦਾ ਜਿਹੜਾ ਖਰਚਾ ਹੈ ਮਹੀਨੇ ਦਾ ਉਹ ਆਉਂਦਾ ਹੈ, ਜਿਸ ਦਾ ਇਹ ਆਪ ਬੰਦੋਬਸਤ ਕਰਦੇ ਨੇ, ਤਨਖਾਹ ਦੇ ਵਿੱਚੋਂ ਖਰਚਾ ਕਰਦੇ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਪੰਜਾਬ ਦੀ ਸਰਕਾਰ ਨੇ ਕੁਝ ਕਾਰਨਾਂ ਕਰਕੇ, ਜਿਹੜੇ ਮੈਂ ਕਾਰਨਾਂ ਦੀ ਮੈਂ ਜ਼ਿਕਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਇਹਨਾਂ ਦੀ ਸਾਲ ਦੀ ਤਨਖਾਹ ਵੀ ਰੋਕ ਦਿੱਤੀ, ਇਹਨਾਂ ਦੀ ਅਤੇ ਇਹਨਾਂ ਦੇ ਪਤੀ ਸਰਦਾਰ ਗੁਰਪਾਲ ਸਿੰਘ ਜੀ ਦੀ ਵੀ। ਪਰ ਫਿਰ ਵੀ ਇਹਨਾਂ ਨੇ ਹਿੰਮਤ ਨਹੀਂ ਹਾਰੀ ਅਤੇ ਇਸ ਦੇ ਨਾਲ ਹੀ ਇਹ ਜਿਹੜੇ ਹੋਰ ਪ੍ਰੋਜੈਕਟ ਕਰਦੇ ਨੇ, ਦੁਨੀਆ ਦੇ ਵਿੱਚ ਜਾਂਦੇ ਨੇ। ਗੁਰੂ ਨਾਨਕ ਜੀ ਦਾ ਉਪਦੇਸ਼ ਹੈ, ਸੋ ਕਿਉ ਮੰਦਾ ਆਖੀਐ, UN ਤੱਕ ਇਹਨਾਂ ਦੀ ਅਪਰੋਚ ਹੈ। ਤਾਂ ਬਾਕੀ ਜੋ ਤੁਸੀਂ ਮੀਡੀਆ ਉੱਤੇ YouTube 'ਤੇ ਦੇਖਦੇ ਹੋ ਉਹ ਤੁਹਾਨੂੰ ਭਲੀ ਭਾਂਤ ਜਾਣੂ ਹੈ। ਇਸ ਦੇ ਨਾਲ ਹੀ ਮੈਂ ਗੁਰੂ ਘਰ ਦੇ ਪ੍ਰਬੰਧ ਦਾ ਆਈਆਂ ਬਹੁਤ ਸਾਰੀਆਂ ਸੰਗਤਾਂ ਦਾ, ਕਿ ਅੱਜ ਵੀਕਐਂਡ ਹੈ, ਸਾਨੂੰ ਪਤਾ ਕਿ ਸੰਗਤਾਂ ਨਹੀਂ ਆ ਸਕਦੀਆਂ ਵੀਕਐਂਡ 'ਤੇ, ਪਰ ਫਿਰ ਵੀ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ। ਇਸ ਦੇ ਨਾਲ ਹੀ ਪਵਿੱਤਰ ਸਿੰਘ ਜੀ ਖਹਿਰਾ ਸਾਹਿਬ ਅਤੇ ਦਵਿੰਦਰ ਸਿੰਘ ਸੰਧੂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਮਾਂ ਦੇ ਕੇ ਨਿਵਾਜਿਆ ਹੈ। ਅਤੇ ਮੈਂ ਬੇਨਤੀ ਕਰਦਾ ਹਾਂ ਭੈਣ ਜੀ ਹਰਸ਼ਿੰਦਰ ਕੌਰ ਜੀ ਨੂੰ ਕਿ ਉਹ ਤੁਹਾਡੇ ਸਨਮੁਖ ਹੋਣ ਅਤੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਿਮਾ ਦੀ ਜਾਚਕ ਹਾਂ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੁਝ ਵੱਧ ਹੀ ਮੇਰੇ ਬਾਰੇ ਕਹਿ ਦਿੱਤਾ ਗਿਆ ਹੈ। ਮੈਂ ਤਾਂ ਸਿਰਫ ਇੱਕ ਬਹੁਤ ਨਿਮਾਣੀ ਧੀ ਹਾਂ, ਤੁਹਾਡੇ ਵਿੱਚੋਂ ਹੀ ਕਿਸੇ ਦੀ ਭੈਣ। ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤੇ ਉਹਨਾਂ ਭੈਣਾਂ ਦੀ ਜਿਹੜੀਆਂ ਲੰਡਨ ਤੋਂ ਖਾਸ ਤੌਰ 'ਤੇ ਇੱਥੇ ਸਿਰਫ ਮੈਨੂੰ ਮਿਲਣ ਲਈ ਪਹੁੰਚੀਆਂ। ਸੱਚਮੁੱਚ ਇਸ ਤੁਹਾਡੇ ਵਕਤ ਦਾ ਮੈਂ ਦੇਣਾ ਦੇ ਹੀ ਨਹੀਂ ਸਕਦੀ, ਕਿਉਂਕਿ ਵਕਤ ਜਿੰਨਾ ਕੀਮਤੀ ਹੈ ਸਾਨੂੰ ਸਭ ਨੂੰ ਪਤਾ ਹੀ ਹੈ। ਸ਼ਿੰਦਰਪਾਲ ਵੀਰ ਅਤੇ ਮਰਵਾ ਵੀਰ ਆਖਰ ਵੀਰ ਹੋਏ ਅਤੇ ਉਹਨਾਂ ਨੂੰ ਸ਼ਾਇਦ ਲੋੜੋਂ ਵੱਧ ਮੇਰੀ ਤਾਰੀਫ ਕਰ ਗਏ ਹੋਣਗੇ। ਮੈਂ ਸੱਚਮੁੱਚ ਇਸ ਦੇ ਕਾਬਲ ਨਹੀਂ ਹਾਂ। ਮੁਸਲਮਾਨ ਕਵੀ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਸੀ, ਬਸ ਇੱਕ ਹਿੰਦ में तीरथ है यात्रा के लिए, कटाए बाप ने बच्चे जहाँ खुदा के लिए, चमक है मेहर की चमकौर तेरे ज़र्रों में, यहीं से बन के गए सितारे आसमां के लिए, गुरु गोबिंद के लखते जिगर अजीत जुझार, फलक पे एक यहाँ दो चांद हैं ज़िया के लिए। ਜਿਸ ਧਰਮ ਵਿੱਚ ਕੁਰਬਾਨੀਆਂ ਦੀ ਨੀਂਹ ਰੱਖੀ ਗਈ ਹੋਏ ਅਤੇ ਉਹਨਾਂ ਕੁਰਬਾਨੀਆਂ ਦਾ ਜ਼ਿਕਰ ਧਰਮ ਤੋਂ ਬਾਹਰ ਕਿਸੇ ਨੂੰ ਕਰਨਾ ਪੈ ਜਾਏ, ਉਹਦਾ ਮਤਲਬ ਇਹ ਹੁੰਦਾ ਜੇ ਕਿ ਕੁਰਬਾਨੀ ਅੱਤ ਦੀ ਸੀ, ਸਿਖਰ ਦੀ, ਜਿਹਦੇ ਨੇੜੇ ਤੇੜੇ ਕੋਈ ਦੂਸਰੇ ਧਰਮ ਦਾ ਵੀ ਖਲੋ ਨਹੀਂ ਸਕਦਾ। ਅਤੇ ਜਿੰਨੀਆਂ ਕੁਰਬਾਨੀਆਂ ਦੀਆਂ ਨੀਹਾਂ ਦੇ ਉੱਤੇ ਸਿੱਖ ਧਰਮ ਖਲੋਤਾ ਹੈ, ਉਹਨੂੰ ਗਿਣਨ ਲੱਗ ਜਾਈਏ ਤਾਂ ਮੇਰਾ ਖਿਆਲ ਹੈ ਸਾਡੀ ਇੱਕ ਜਨਮ ਵਿੱਚ ਗਿਣਤੀ ਪੂਰੀ ਨਹੀਂ ਹੋ ਸਕਦੀ। ਅਤੇ ਜੇ ਲਹੂ ਇੱਕ ਇਨਸਾਨ ਦੇ ਅੰਦਰ 5 ਲੀਟਰ ਹੁੰਦਾ ਜੇ ਉਸ ਲਹੂ ਦਾ ਹਿਸਾਬ ਲਾ ਲਈਏ ਤਾਂ ਖੌਰੇ ਹਿੰਦੁਸਤਾਨ ਦੇ ਪੂਰੇ ਮੁਲਕ ਦੇ ਹਿੱਸੇ ਦੀ ਜ਼ਮੀਨ ਦਾ 1 ਇੰਚ ਵੀ ਖਾਲੀ ਨਹੀਂ ਜੇ ਰਹਿਣਾ, ਇੰਨਾ ਲਹੂ ਇਸ ਕੌਮ ਨੇ ਵਹਾਇਆ ਹੈ। ਸੰਨ 1675, ਜੇ ਭੁੱਲ ਗਏ ਹੋਵੋ ਤਾਂ ਦਿਨ ਵੀ ਯਾਦ ਕਰਾ ਦਿੰਦੀ ਹਾਂ। 11 ਨਵੰਬਰ, ਥਾਂ ਸੀ ਚਾਂਦਨੀ ਚੌਂਕ, ਗੁਰਦੁਆਰਾ ਸੀਸਗੰਜ ਵਾਲੀ ਥਾਂ। ਵਜ੍ਹਾ ਸੀ ਨੇਸਤਾ ਨਾਬੂਤ ਹਿੰਦੂਆਂ ਨੂੰ ਕਰਨ ਦੀ ਕੋਸ਼ਿਸ਼ ਅਤੇ ਮੰਦਰਾਂ ਨੂੰ ਤਬਾਹ ਕਰਨ ਤੋਂ ਰੋਕਣ ਲਈ ਇੱਕ ਕੀਤੀ ਗਈ ਕੁਰਬਾਨੀ। ਜਾਤ ਪਾਤ ਅਤੇ ਧਰਮ ਦੇ ਸੰਗਲਾਂ ਤੋਂ ਉਤਾਂਹ ਦੀ ਸੋਚ ਸੀ, ਇਨਸਾਨੀਅਤ ਦਾ ਧਰਮ ਪਾਲਣ ਦੀ ਬੇਮਿਸਾਲ ਜੁਰਤ ਜਿਹੜੀ ਕਿਸੇ ਹੋਰ ਧਰਮ ਵਿੱਚ ਮਿਲਦੀ ਨਹੀਂ। ਹੁਕਮ ਹੋਇਆ ਸੀ ਕਿ ਇਸਲਾਮ ਕਬੂਲ ਕਰ ਲਓ, ਲੱਖਾਂ ਹਿੰਦੂਆਂ ਦਾ ਖਾਤਮਾ ਕਰਕੇ ਸਿਰਫ ਮਸਜਿਦ ਅਤੇ ਇਸਲਾਮ ਦਾ ਪਸਾਰ ਕੀਤਾ ਜਾਵੇ ਜਾਂ ਫਿਰ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਵੇਗਾ। ਇਹੋ ਜਿਹੀ ਮਿਸਾਲ ਦੁਨੀਆ ਵਿੱਚ ਕਿਸੇ ਧਰਮ ਵਿੱਚ ਨਹੀਂ ਕਿ ਕਿਸੇ ਵੀ ਗੁਰੂ ਨੇ ਆਪਣੇ ਧਰਮ ਨੂੰ ਛੱਡ ਕੇ ਕਿਸੇ ਹੋਰ ਧਰਮ ਨੂੰ ਬਚਾਉਣ ਲਈ ਜਾਨ ਵਾਰ ਦਿੱਤੀ ਹੋਏ। ਉਹ ਪਵਿੱਤਰ ਦਿਹਾੜਾ ਸੀ, ਇੱਕ ਦਰਦਨਾਕ ਚੀਸ ਸੀ
ਸਿੱਖਾਂ ਦੇ ਸੀਨੇ ਵਿੱਚ ਇੱਕ ਖੋਭਿਆ ਹੋਇਆ ਖੰਜਰ ਸੀ, ਬੇਮਿਸਾਲ ਕੁਰਬਾਨੀ, ਤੇ ਜੱਲਾਦ ਨੇ ਸ਼ਾਂਤ ਚਿੱਤ ਭਾਣਾ ਮੰਨਣ ਲਈ ਨਿਡਰ ਬੈਠੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ। ਇਸ ਕੁਰਬਾਨੀ ਦੀਆਂ ਨੀਹਾਂ ਵਿੱਚੋਂ ਪੁੰਗਰਿਆ ਸੀ ਅਣਖ ਦਾ ਬੂਟਾ ਜੋ ਲਹੂ ਨਾਲ ਸਿੰਜਿਆ ਸੀ। ਇੱਕ ਨਿਡਰ ਤੇ ਬੇਖੌਫ ਕੌਮ ਦਾ ਮੁੱਢ ਬੱਝਿਆ ਸੀ। ਧਰਮ ਨੂੰ ਬਚਾਉਣ ਲਈ ਜਿਸ ਤਰੀਕੇ ਜਾਨ ਵਾਰਨ ਦਾ ਢੰਗ ਤੇ ਮਨੁੱਖਤਾ ਦਾ ਪਸਾਰ ਕਰਨ ਵਾਲੇ ਇੱਕ ਕ੍ਰਾਂਤੀਕਾਰੀ ਧਰਮ ਦਾ ਮੁੱਢ, ਇਹ ਇੱਥੇ ਰੁਕਿਆ ਨਹੀਂ ਸੀ। ਇਹ ਜਜ਼ਬਾ ਅਗਾਂਹ ਤੁਰਿਆ ਸੀ ਤੇ ਜਿਸ ਤਰੀਕੇ ਲਤਾੜੇ ਹੋਈ ਜਨਤਾ ਦੇ ਵਿੱਚੋਂ ਵੀਰ ਰਸ ਭਰ ਕੇ ਜਿਸ ਬੇਖੌਫ ਕੌਮ ਨੂੰ ਉਸ ਵੇਲੇ ਜਨਮ ਦਿੱਤਾ ਗਿਆ, ਉਸ ਨਿੱਤਰੇ ਹੋਏ ਖਾਲਸੇ ਦੇ ਅੱਗੇ ਜਦੋਂ ਉਹ ਨਿੱਤਰਦਾ ਸੀ ਮੈਦਾਨੇ ਜੰਗ ਵਿੱਚ, ਜਿਸ ਤਰੀਕੇ ਦੀ ਜਾਂਬਾਜ਼ ਬਹਾਦਰੀ ਦਾ ਜ਼ਿਕਰ ਮਿਲਦਾ ਜੇ, ਮੈਂ ਜੇ ਗੱਲ ਕਰਾਂ ਤੇ ਲੱਗੇਗਾ ਕਿ ਆਪਣੇ ਧਰਮ ਵਿਚਲੀ ਇਹ ਸਿਫਤ ਤਾਰੀਫ ਕਰ ਰਹੀ ਹੈ। ਚਾਹੁੰਦੀ ਹਾਂ ਅੱਜ ਮੈਂ ਕੁਝ ਮਿਹਨਤ ਕਰਕੇ ਲਿਆਈ ਸਾਂ, ਅਲੱਗ-ਅਲੱਗ ਧਰਮਾਂ ਵਿਚਲੇ ਲੋਕਾਂ ਨੇ ਆਪਣੇ ਇਤਿਹਾਸ ਵਿੱਚ ਕੀ ਲਿਖਿਆ ਜੇ, ਜ਼ਰਾ ਧਿਆਨ ਕਰਿਓ। G.H. ਹਡਸਨ ਨੇ ਜੋ 12 ਸਾਲ ਭਾਰਤ ਵਿੱਚ ਬਤੌਰ ਇੱਕ ਸੈਨਿਕ ਲੜਿਆ ਸੀ, ਆਪਣੀ ਕਿਤਾਬ ਵਿੱਚ ਲਿਖਿਆ ਜੇ, ਇਸ ਬਹਾਦਰੀ ਦਾ ਜ਼ਿਕਰ ਕੀਤਾ ਜੇ। ਮੈਂ ਤਾਂ ਇਸ ਸਾਰੀ ਚੀਜ਼ ਦਾ ਅੱਜ ਜ਼ਿਕਰ ਕਰਨ ਲੱਗੀ ਹਾਂ ਕਿਤੇ ਸਾਡੇ ਕੋਲ ਇਤਿਹਾਸ ਵਿੱਚ ਆਪਣੇ ਬਾਲਾਂ ਨੂੰ ਸੁਣਾਉਣ ਲਈ ਗੁਰੂ ਸਾਹਿਬ ਤੱਕ ਦਾ ਇਤਿਹਾਸ ਸੀਮਤ ਨਾ ਹੋ ਜਾਏ। ਪਰ ਉਹ ਜਿਸ ਕੌਮ ਦਾ ਮੁੱਢ ਬੱਝਿਆ ਗਿਆ ਸੀ, ਉਹਦੀ ਜਾਂਬਾਜ਼ ਬਹਾਦਰੀ ਦਾ ਜ਼ਿਕਰ ਜਦੋਂ ਦੂਸਰੇ ਕਰਦੇ ਨੇ 100 ਗੁਣਾ ਘਟਾ ਕੇ ਕਰਦੇ ਨੇ। ਸੱਚ ਜਾਣਿਓ, ਘਰਾਂ ਵਿੱਚ ਵੇਖ ਲਿਓ, ਜਦੋਂ ਦੁਸ਼ਮਣੀਆਂ ਪਾਲਦੇ ਹਾਂ ਤਾਂ ਅਸੀਂ ਦੂਜੇ ਬਾਰੇ ਤਾਰੀਫ ਨਹੀਂ ਕਰਦੇ, ਉਹਦੇ ਬਾਰੇ ਮਾੜਾ ਸ਼ਾਇਦ ਕੁਝ ਵੱਧ ਹੀ ਬੋਲ ਜਾਂਦੇ ਹਾਂ ਜਿੰਨਾ ਅਗਲਾ ਹੋਵੇ। ਤੇ ਜੇ ਤਾਰੀਫ ਕਰਨ ਦੀ ਦੁਸ਼ਮਣ ਨੂੰ ਲੋੜ ਪੈ ਜਾਏ ਤਾਂ ਚੰਗਿਆਈਆਂ ਇੰਨੀਆਂ ਹੁੰਦੀਆਂ ਨੇ, ਸਿਰੋਂ ਉੱਪਰ ਦੀ ਲੰਘ ਜਾਂਦੀਆਂ ਨੇ ਤੇ ਸਿਰ ਉਸ ਨੂੰ ਸੰਭਾਲ ਹੀ ਨਹੀਂ ਸਕਦਾ ਤੇ ਬਦੋ ਬਦੀ ਮੂੰਹੋਂ ਕੁਝ ਨਾ ਕੁਝ ਤਾਰੀਫ ਨਿਕਲ ਜਾਂਦੀ ਹੈ। ਪਰ ਇਸ ਤਾਰੀਫ ਨੂੰ ਕਿਰਪਾ ਕਰਕੇ ਜ਼ਰਬ ਕਰ ਲਿਓ। ਜੇ ਹਿਊਮਨ ਸਾਈਕੀ ਜਾਣਦੇ ਹੋ ਤਾਂ 100 ਨਾਲ ਜ਼ਰਬ ਕਰਕੇ ਸਮਝਿਓ ਕਿ ਉਸ ਦੁਸ਼ਮਣ ਨੇ ਜੋ ਲਿਖਿਆ ਸੀ, ਕਿਸ ਮਜਬੂਰੀ ਦੀ ਹਾਲਤ ਵਿੱਚ ਲਿਖ ਦਿੱਤਾ ਹੋਣਾ ਕਿ ਉਸਨੇ ਲਿਖਿਆ, ਮੈਂ 12 ਸਾਲ ਭਾਰਤ ਵਿੱਚ ਬਤੌਰ ਇੱਕ ਸੈਨਿਕ ਲੜਿਆ। ਸਿੰਘਾਂ ਬਾਰੇ ਲਿਖਣ ਨੂੰ ਇੱਕ ਸਤਰ ਜੀ ਕਰਦਾ। ਸ਼ੇਰਾਂ ਵਾਂਗ ਦਹਾੜਦੇ ਸਿੰਘ ਆਪਣੀ ਤਲਵਾਰ ਦੇ ਹਰ ਤਗੜੇ ਵਾਰ ਨਾਲ ਉੱਚੀ ਉੱਚੀ ਜਦੋਂ ਵਾਹਿਗੁਰੂ ਉਚਾਰਦੇ ਸਨ, ਦਿਲ ਕੰਬ ਜਾਂਦਾ ਸੀ। ਇੰਨੀ ਕੁ ਸਤਰ ਵਿੱਚ ਸਮਝ ਜਾਣਾ ਚਾਹੀਦਾ ਕਿ ਕਿਸ ਬਹਾਦਰੀ ਦੀ ਤੇ ਕਿੰਨੇ ਜਜ਼ਬੇ ਨਾਲ ਕੀ ਕਹਿਣਾ ਚਾਹਿਆ। ਆਪਣਾ ਰਾਜ ਖੁੱਸਣ ਦੇ ਬਾਵਜੂਦ ਸਿੰਘਾਂ ਨੇ ਅਣਖ ਨਹੀਂ ਛੱਡੀ। ਇਹ ਮੈਂ ਨਹੀਂ ਲਿਖਿਆ, ਤੁਸੀਂ ਨਹੀਂ ਲਿਖਿਆ, ਹਡਸਨ ਲਿਖਦਾ ਏ। ਆਪਣਾ ਰਾਜ ਖੁੱਸਣ ਦੇ ਬਾਵਜੂਦ ਸਿੰਘਾਂ ਨੇ ਆਪਣੀ ਅਣਖ ਨਹੀਂ ਛੱਡੀ ਤੇ ਜ਼ੁਲਮ ਨੂੰ ਕਬੂਲ ਕਰਨ ਦੀ ਥਾਂ ਸ਼ਾਨ ਬਾਨ ਤੇ ਆਨ ਨਾਲ ਮਰਨਾ ਬਿਹਤਰ ਸਮਝਦੇ ਸਨ। ਜੇ ਝਾਤ ਮਾਰੀਏ ਫਿਰੋਜ਼ ਸ਼ਾਹ ਦੀ ਜੰਗ ਬਾਰੇ 1845 ਦੀ, J.W. ਬਾਲਡਵਿਨ ਲਿਖਦਾ ਜੇ, ਸਿੰਘ 6 ਫੁੱਟ ਤੋਂ ਵੱਧ ਤੇ ਕਈ 6 ਫੁੱਟ 3 ਇੰਚ ਤੋਂ ਵੀ ਵੱਧ ਲੰਮੇ ਉੱਚੇ ਤੇ ਗੁੰਦਵੇਂ ਸਰੀਰ ਦੇ ਚੁਸਤ ਤੇ ਨਾਲੇ ਉਹਨਾਂ ਦਾ ਜੁੱਸਾ ਵੇਖ ਕੇ ਦੁਬਾਰਾ ਤੱਕਣ ਨਾਲ ਵੀ ਦਿਲ ਕੰਬਦਾ ਸੀ। ਉਹਨਾਂ ਦਾ ਹੁਨਰ ਤੇ ਬੁਲੰਦ ਹੌਸਲਾ ਵੇਖ ਦੁਸ਼ਮਣ ਥਰਥਰਾ ਜਾਂਦੇ ਸਨ। ਇੰਨੇ ਤਾਕਤਵਰ ਹੋਣ ਦੇ ਬਾਵਜੂਦ ਜ਼ਖਮੀਆਂ ਨੂੰ ਉਹਨਾਂ ਕਦੇ ਨਹੀਂ ਮਾਰ ਮੁਕਾਇਆ। ਇਹ ਇੱਕੋ ਵਿਲੱਖਣ ਕੌਮ ਹੈ ਜਿਹੜੀ ਦੁਸ਼ਮਣਾਂ ਨੂੰ ਮਾਰਦੀ ਨਹੀਂ, ਜ਼ਖਮੀਆਂ ਨੂੰ ਪਾਣੀ ਤੱਕ ਪਿਆਉਂਦੀ ਜੇ। ਇਸੇ ਲਈ ਇਤਿਹਾਸ ਵਿੱਚ ਸਾਡੇ ਕੋਲ ਇੱਕ ਨਹੀਂ ਅਨੇਕ ਇਹੋ ਜਿਹੇ ਸਾਡੇ ਕੋਲ ਮਿਸਾਲਾਂ ਨੇ ਜਿਨ੍ਹਾਂ ਵਿੱਚ ਜਦੋਂ ਉਹੀ ਦੁਸ਼ਮਣ ਜਿਹਨੇ ਖੰਜਰ ਘੋਪਿਆ ਸੀ, ਜਦੋਂ ਜ਼ਮੀਨ 'ਤੇ ਡਿੱਗਿਆ ਤਾਂ ਫਿਰ ਉਹਨੂੰ ਬਖਸ਼ ਦਿੱਤਾ ਗਿਆ। ਜੇ ਚੇਲਿਆਂ ਵਾਲੇ ਦੀ ਜੰਗ ਵਿੱਚ ਧਿਆਨ ਕਰੋਗੇ ਜੋ 13 ਜਨਵਰੀ 1849 ਵਿੱਚ ਸੀ, ਸੈਂਡਫੋਰਡ ਨੇ ਲਿਖਿਆ ਸੀ ਕਿ ਸਿੱਖ ਮਰਦੇ ਦਮ ਤੱਕ ਦਲੇਰਾਂ ਵਾਂਗੂ ਨਿਡਰਤਾ ਤੇ ਬੇਪਰਵਾਹੀ ਨਾਲ ਲੜੇ। ਸ਼ੇਰਾਂ ਵਾਲੀ ਭਬਕ ਵਾਲੀ ਇਸ ਕੌਮ ਵਰਗੇ ਲੋਕ ਮੈਂ ਦੁਨੀਆ ਵਿੱਚ ਕਿਤੇ ਹੋਰ ਨਹੀਂ ਵੇਖੇ। ਜਿਸ ਗੱਲ ਦਾ ਅੱਗੇ ਜ਼ਿਕਰ ਕਰਦਾ ਜੇ, ਮੇਰਾ ਖਿਆਲ ਹੈ ਜੇ ਅਸੀਂ ਆਪਣੇ ਹਰ ਬਾਲ ਨੂੰ ਇਹ ਸਮਝਾ ਦਈਏ ਤਾਂ ਸਮਝ ਆ ਜਾਂਦੀ ਹੈ ਸਾਡੀ ਕੌਮ ਵਿੱਚ ਕੀ ਭਰ ਕੇ ਗੁਰੂ ਗੋਬਿੰਦ ਸਿੰਘ ਜੀ ਗਏ ਸੀ
ਤੇ ਖਾਲਸਾ ਸਾਜਣ ਦਾ ਅਸਲ ਮਕਸਦ ਕੀ ਸੀ, ਤੇ ਖਾਲਸਾ ਸਾਜੇ ਬਾਅਦ ਸਰੀਰ ਦੇ ਅੰਦਰ ਤਬਦੀਲੀਆਂ ਕਿਹੋ ਜਿਹੀਆਂ ਆਉਂਦੀਆਂ ਨੇ। ਸੈਂਡਫੋਰਡ ਲਿਖਦਾ ਏ, ਜਦੋਂ ਉਹ ਘਿਰੇ ਤਾਂ ਆਪ ਹੀ ਬੰਦੂਕੀ ਛੁਰਿਆਂ ਦੇ ਵਿੱਚ ਆਪਣੀਆਂ ਛਾਤੀਆਂ ਗੱਡ ਦਿੰਦੇ ਸਨ, ਪਰ ਹਮਲਾਵਰਾਂ ਤੇ ਹੱਲਾ ਬੋਲਣੋਂ ਛੱਡਦੇ ਨਹੀਂ ਸੀ। ਮਰਦੇ ਮਰਦੇ ਵੀ ਦੂਜੇ ਦੀ ਗਰਦਨ ਜਾਂ ਬਾਂਹ ਵੱਢ ਕੇ ਜਾਂਦੇ ਸਨ। ਇਹ ਤੁਸੀਂ ਨਹੀਂ ਲਿਖਿਆ, ਮੈਂ ਨਹੀਂ ਲਿਖਿਆ, ਸੈਂਡਫੋਰਡ ਜਿਸ ਨੇ ਆਪਣੇ ਅੱਖੀਂ ਵੇਖਿਆ ਜੇ, ਉਹ ਜ਼ਿਕਰ ਕਰਕੇ ਜਾ ਰਿਹਾ ਜੇ 1850 ਤੋਂ ਪਹਿਲਾਂ, ਕਿ ਇਹ ਚੀਜ਼ ਜੋ ਵਾਪਰੀ ਉਸ ਅੱਖੀਂ ਵੇਖੀ, ਤੇ ਇੰਨੀ ਬਹਾਦਰੀ ਕਿ ਅੱਗੋਂ ਗੋਲੀਆਂ ਮੁੱਕ ਜਾਣ। ਜਿਹੜਾ ਫੜਨ ਤੁਰਿਆ ਆਂਦਾ ਉਹਦੇ ਖੰਜਰ ਜੋ ਕਿ ਉਹਦੀ ਬੰਦੂਕ ਦੇ ਉੱਪਰ ਲੈ ਆਪਣੀ ਛਾਤੀ ਦੇ ਆਰ ਪਾਰ ਕਰ ਲੈਣਾ ਜਿਗਰਾ ਚਾਹੀਦਾ। ਇਹੋ ਜਿਹੀ ਬੇਖੌਫ ਕੌਮ ਜੋ ਉਸ ਵੇਲੇ ਸਾਜੀ ਗਈ ਸੀ, ਜਿਹੜੀ ਚਰਖੜੀਆਂ 'ਤੇ ਵੀ ਚਰੀ ਸੀ, ਆਰਿਆਂ ਨਾਲ ਵੀ ਚਰਵਾਈ ਗਈ ਸੀ, ਪਰ ਇੱਕ ਵੀ ਇਤਿਹਾਸਕਾਰ ਨਹੀਂ ਲਿਖਿਆ ਕਿਸੇ ਨੇ ਕਿ ਕਿਸੇ ਨੇ ਵੀ ਸੀ ਕੀਤੀ ਹੋਈ। ਸੀ ਕੀਤੇ ਬਗੈਰ ਖਿੜੇ ਮੱਥੇ ਮੌਤ ਨੂੰ ਗੱਲ ਲਾਉਣਾ, ਇਹ ਸਿਰਫ ਖਾਲਸਾ ਹੀ ਸਮਝਦਾ ਜੇ। ਜਿਸ ਤਰੀਕੇ ਉਹ ਅੱਗੇ ਲਿਖਦਾ ਜੇ ਕਿ ਸਿੱਖ ਤਾਂ ਆਪਣੇ ਪੁੱਠੇ ਹੱਥ ਦੇ ਵਾਰ ਨਾਲ ਵੀ ਤੇਜ਼ ਧਾਰ ਕਮਾਨੀਦਾਰ ਤਲਵਾਰਾਂ ਨਾਲ ਬਰਤਾਨਵੀ ਘੋੜਸਵਾਰਾਂ ਨੂੰ 2 ਹਿੱਸਿਆਂ ਵਿੱਚ ਵੱਢ ਦਿੰਦੇ ਸਨ। ਇਹਨਾਂ ਦੀ ਤਾਕਤ ਵਾਕਈ ਬੇਮਿਸਾਲ ਹੈ। ਸੋਚ ਕੇ ਵੇਖਿਓ, ਖੱਬੇ ਹੱਥ ਨਾਲ ਜਿਸ ਤਰੀਕੇ ਉਹ ਆਪ ਕਹਿੰਦੇ ਨੇ, ਪੁੱਠੇ ਹੱਥ ਨਾਲ ਵੀ ਜੇ ਅਸੀਂ ਬੰਦਾ ਅੱਧ ਵਿੱਚ ਵੱਢ ਦੇਣਾ, ਕਦੇ ਧਿਆਨ ਲਾ ਕੇ ਵੇਖਿਓ ਕਿੰਨਾ ਕੁ ਜ਼ੋਰ ਚਾਹੀਦਾ ਜੇ। ਤੇ ਇਹ ਜ਼ੋਰ ਸਿਰਫ ਤੇ ਸਿਰਫ ਇਸ ਕੌਮ ਦੇ ਹਿੱਸੇ ਜੇ ਆਇਆ ਤਾਂ ਉਹ ਤਾਕਤ ਕੱਲੀ ਸਰੀਰਕ ਨਹੀਂ ਸੀ, ਮਾਨਸਿਕ ਵੀ ਸੀ। ਉਹਦੇ ਪਿੱਛੇ ਜੋ ਸਾਨੂੰ ਸ਼ਬਦ ਉਚਾਰਿਆ ਗਿਆ ਸੀ, ਉਹ ਅਸੀਂ ਕਿਤੇ ਵਿਸਾਰ ਦਿੱਤਾ ਜੇ, ਕਿਉਂਕਿ ਇਹ ਵੀਰ ਰਸ ਆਪਣੇ ਅੰਦਰ ਹਮੇਸ਼ਾ ਲਈ ਜੇ ਅਸੀਂ ਟਿਕਾਉਣਾ ਜੇ, ਉਹਦੇ ਵਾਸਤੇ ਸਾਨੂੰ ਜ਼ੁਲਮ ਸਹਿਣਾ ਤੇ ਉਹਦੀ ਆਵਾਜ਼ ਚੁੱਕਣੀ ਵਰਗੀਆਂ ਚੀਜ਼ਾਂ ਵੀ ਸਿੱਖਣੀਆਂ ਪੈਂਦੀਆਂ ਜੇ। ਜਦੋਂ ਵੀ ਕਿਤੇ ਤਕਲੀਫ ਹੋ ਜਾਏ, ਸਾਨੂੰ ਗੁਰੂ ਸਾਹਿਬ ਨੇ ਕਦੇ ਸੀ ਕਰਨਾ ਸਿਖਾਇਆ ਨਹੀਂ ਸੀ। ਇਹ ਸਿਰਲੱਥ ਕੌਮ ਦਾ ਮਤਲਬ ਇਹੋ ਜੇ ਕਿ ਨਿੱਕੀਆਂ ਮੋਟੀਆਂ ਝਰੀਟਾਂ, ਐਕਸੀਡੈਂਟ ਨਾਲ ਮੌਤਾਂ, ਇਹੋ ਜਿਹੀਆਂ ਚੀਜ਼ਾਂ ਤੇ ਸਾਨੂੰ ਫਿਕਰ ਕਰਨ ਬਾਰੇ ਦੱਸਿਆ ਵੀ ਨਹੀਂ ਸੀ ਗਿਆ। ਸਾਨੂੰ ਸਿਖਾਇਆ ਹੀ ਸਿਰਫ ਇਹ ਗਿਆ ਸੀ, ਭਾਵੇਂ ਅੱਖਾਂ ਸਾਹਮਣੇ ਬਾਲ ਨੇਜ਼ਿਆਂ ਨਾਲ ਵਿੰਨਿਆ ਗਿਆ ਹੋਵੇ, ਜਾਂ ਆਪ ਚਰਖੜੀਆਂ 'ਤੇ ਚੜ੍ਹਨਾ ਪਿਆ ਹੋਵੇ, ਜਾਂ ਤੱਤੀਆਂ ਤਵੀਆਂ 'ਤੇ ਬਹਿਣਾ ਪਿਆ ਹੋਵੇ, ਸਿਰਫ ਇੱਕੋ ਸ਼ਬਦ ਉਚਾਰ ਸਕਦੇ ਹਾਂ, ਤੇਰਾ ਕੀਆ ਮਿੱਠਾ ਲੱਗ। ਅਸੀਂ ਇਹ ਸ਼ਬਦ ਕਿਤੇ ਵਿਸਾਰ ਦਿੱਤਾ ਜੇ। ਜਿੰਨੀਆਂ ਕੁ ਸ਼ਿਕਾਇਤਾਂ ਲੈ ਕੇ ਪਹੁੰਚਦੇ ਹਾਂ ਗੁਰੂ ਘਰਾਂ ਵਿੱਚ, ਆਪ ਹੀ ਆਪਣੇ ਅੰਦਰ ਝਾਤ ਮਾਰ ਕੇ ਵੇਖ ਲੈਣਾ ਕਿ ਕਦੇ ਸ਼ੁਕਰ ਕੀਤਾ, ਕਦੇ ਜ਼ਿੰਦਗੀ ਵਿੱਚ ਸਵੇਰੇ ਉੱਠ ਕੇ ਅਸੀਂ ਇਹ ਕਹਿ ਸਕੇ ਹੋਈਏ ਵੀ ਅੱਜ ਤੱਕ ਦੀ ਜ਼ਿੰਦਗੀ ਸਾਨੂੰ ਜੇ ਮਿਲੀ ਏ ਤੇ ਜ਼ਿੰਦਾ ਹੀ ਉੱਠ ਖੜੇ ਹੋਏ ਹਾਂ, ਸ਼ੁਕਰ ਏ, ਕਿੱਡੀ ਵੱਡੀ ਗੱਲ ਏ। ਬਹੁਤ ਸਾਰੇ ਇਤਿਹਾਸ ਵਿੱਚ ਅਜਿਹੇ ਵੀ ਨੇ ਜਿਨ੍ਹਾਂ ਨੇ 20 ਸਾਲ ਪੂਰੇ ਨਹੀਂ ਕੀਤੇ। ਗੁਰੂ ਸਾਹਿਬ ਦੀ ਆਪਣੀ ਵੀ ਜ਼ਿੰਦਗੀ ਜੇ ਸਮਝ ਲਈਏ ਕਿ 40 ਵਰ੍ਹੇ ਦੀ ਜ਼ਿੰਦਗੀ ਵਿੱਚ ਅਜਿਹਾ ਇਤਿਹਾਸ ਸਿਰਜਿਆ ਜਾ ਸਕਦਾ ਸੀ, ਤਾਂ ਉਸ ਤੋਂ ਵੱਧ ਦੀ ਉਮਰ ਤੇ ਅਸੀਂ ਫਜ਼ੂਲ ਟਪਾ ਰਹੇ ਹਾਂ, ਵਕਤੀ ਟਪਾ ਰਹੇ ਹਾਂ, ਜਿਹਦਾ ਕੋਈ ਮਕਸਦ ਨਹੀਂ ਹੈ। ਕੀੜੇ ਮਕੌੜੇ ਦੀ ਜ਼ਿੰਦਗੀ ਹੈ, ਕਿਉਂਕਿ ਜੇ ਅਸੀਂ ਇਸ ਉਮਰ ਤੱਕ ਕੁਝ ਨਹੀਂ ਕੀਤਾ ਤੇ ਅਗਲੇ ਵੀ 4 ਸਾਲ ਹੋਰ ਵੱਧ ਜੀ ਵੀ ਲਏ ਤੇ ਉਹਦੇ 'ਚ ਕਰਨਾ ਕੀ ਹੈ। ਤੇ ਇਹੋ ਜਿਹੀ ਜ਼ਿੰਦਗੀ ਨੂੰ ਮੰਗਣ ਕਿਸ ਕਰਕੇ ਆਉਂਦੇ ਆ। ਇਹਦੀ ਥਾਂ 'ਤੇ ਜੇ ਅਸੀਂ ਕਿਤੇ ਇਹ ਸਿੱਖ ਲਈਏ, ਅਸੀਂ ਮੰਗਣਾ ਗੁਰੂ ਤੋਂ ਇਹੋ ਹੈ ਕਿ ਇਹ ਜ਼ਿੰਦਗੀ ਕਿਸੇ ਲੇਖੇ ਲੱਗ ਜਾਏ, ਯਕੀਨਨ ਉਸ ਦਿਨ ਜ਼ਿੰਦਗੀ ਨੂੰ ਜਿਉਣ ਦਾ ਮਕਸਦ ਮਿਲ ਜਾਂਦਾ। ਉਸ ਦਿਨ ਇਹ ਦਰਦ, ਇਹ ਪੀੜ ਮਹਿਸੂਸ ਨਹੀਂ ਹੁੰਦੀ। ਉਸੇ ਦਿਨ ਇੰਨੀ ਤਾਕਤ ਸਾਡੇ ਅੰਦਰ ਆਉਂਦੀ ਹੈ ਜੋ ਸਿਰਫ ਸਰੀਰਕ ਨਹੀਂ ਰਹਿੰਦੀ, ਮਾਨਸਿਕ ਹੁੰਦੀ ਹੈ। ਜਿੱਥੇ ਮੌਤ ਹੱਸ ਕੇ ਅਸੀਂ ਗਲੇ ਨੂੰ ਨਾ ਸਕਦੇ ਹਾਂ, ਤੇ ਜਿੱਥੇ ਇਹੋ ਜਿਹੀ ਸਿਰਲੱਥ ਕੌਮ ਜਿਸ ਬਾਰੇ ਜ਼ਿਕਰ ਕਰਨਾ ਪੈਂਦਾ ਜੇ ਕਿ ਉਹ ਆਪ ਛਾਤੀਆਂ ਦੇ ਅੰਦਰ ਖੰਜਰ ਵਾੜ ਲੈਂਦੀ ਸੀ, ਸਿਰਫ ਇਸ ਕਰਕੇ ਕਿ ਦੁਸ਼ਮਣ ਦੇ ਕਰੀਬ ਹੋ ਕੇ ਮਰਨ ਤੋਂ ਪਹਿਲਾਂ ਵੀ ਇਹੋ ਛੱਡ ਕੇ ਪਿੱਛੇ ਆਪਣੀ ਪਛਾਣ ਜਾਈਏ ਕਿ ਇਹ ਦੁਸ਼ਮਣਾਂ ਦੇ ਸਿਰ ਵੱਢਣ ਵਾਸਤੇ ਤਿਆਰ ਹੋਈ ਜੇ। ਲਾਈਫ ਐਂਡ ਕੈਂਪੇਨ ਆਫ ਵਿਸਕਾਊਂਟ ਗਾਫ ਦੇ ਵਿੱਚ ਜੇ ਪੰਨਾ 108 ਵਿੱਚ ਕਦੇ ਪੜ੍ਹ ਲਓ ਤਾਂ ਉਹਦੇ ਵਿੱਚ ਉਸਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਜੇ। ਲਿਖਿਆ ਜੇ ਸਿੱਖ ਫੌਜੀ ਜਵਾਨਾਂ ਦੀ ਵਾਗਡੋਰ ਗੱਦਾਰਾਂ ਦੇ ਹੱਥ ਨਾ ਹੁੰਦੀ ਤਾਂ ਬਰਤਾਨਵੀ ਰਾਜ ਦੀ ਕਹਾਣੀ ਕੁਝ ਹੋਰ ਹੋਣੀ ਸੀ। ਜੇ ਉਸਨੂੰ ਲਿਖਣ ਦੀ ਇਹ ਲੋੜ ਪਈ ਹੈ, ਇਹਦਾ ਮਤਲਬ ਹੈ ਕਿ ਉਸਨੇ ਵੀ ਕੁਝ ਡੂੰਘੀ ਖੋਜ ਕੀਤੀ ਹੋਣੀ ਹੈ।
ਸਾਡੇ ਧਰਮ ਵਿੱਚ ਅਫਸੋਸ ਚੰਦੂ ਤੇ ਗੰਗੂ ਹਮੇਸ਼ਾ ਆਉਂਦੇ ਰਹੇ ਨੇ। ਅਸੀਂ ਕਦੇ ਪਛਾਣ ਹੀ ਨਹੀਂ ਸਕੇ। ਇਹ ਭੁੱਲ ਗਏ ਕਿ ਇਤਿਹਾਸ ਅਗਾਂਹ ਜੇ ਤੋਰਦੇ ਹੁੰਦੇ ਤਾਂ ਕਿਸੇ ਸਦੀ ਵਿੱਚ ਤਾਂ ਅਸੀਂ ਇਹਨਾਂ ਤੋਂ ਖਬਰਦਾਰ ਹੋ ਜਾਂਦੇ, ਪਰ ਅਸੀਂ ਹਮੇਸ਼ਾ ਹੀ ਅੱਖਾਂ ਮੀਟ ਕੇ ਸਿਰਫ ਆਪਣੇ ਆਪ ਨੂੰ ਸਲਾਮਤ ਰੱਖਣ ਦੀਆਂ ਮੰਗਾਂ ਹੀ ਮੰਗਦੇ ਰਹਿ ਗਏ। ਕਦੇ ਕਿਹਾ ਹੀ ਨਹੀਂ ਕਿ ਸਿੱਖ ਕੌਮ ਸਲਾਮਤ ਰਵੇ। ਕਦੇ ਹੀ ਕਿਸੇ ਨੇ ਇਹ ਅਰਦਾਸ ਆ ਕੇ ਕੀਤੀ ਹੋਏ ਕਿ ਅੱਜ ਦੇ ਦਿਨ ਮੈਂ ਗੁਰੂ ਘਰ ਵਿੱਚ ਆਪਣੇ ਬਾਰੇ ਮੰਗਣ ਨਹੀਂ ਚੱਲਿਆ, ਅੱਜ ਸਿਰਫ ਇੱਕੋ ਹੀ ਅਰਦਾਸ ਕਰਨੀ ਹੈ, ਦੇਗ ਤੇ ਤੇਗ ਦੀ ਫਤਿਹ ਹੋਵੇ। ਅਸੀਂ ਕਦੇ ਕੀਤੀ ਨਹੀਂ। ਜੇ ਕੀਤੀ ਹੈ ਤਾਂ ਆਪਣੇ ਦਿਲ 'ਤੇ ਹੱਥ ਰੱਖ ਕੇ ਆਪਣੇ ਹੀ ਗੁਰੂ ਨਾਲ ਇਹ ਵਾਅਦਾ ਕਰਿਓ ਕਿ ਵਾਕਈ ਮੈਂ ਸੱਚ ਕਹਿ ਰਿਹਾ ਅਤੇ ਮੈਂ ਕਦੇ ਵੀ ਆਪਣੇ ਲਈ ਕੁਝ ਨਹੀਂ ਮੰਗਿਆ, ਸਿਰਫ ਕੌਮ ਦੀ ਫਤਿਹ ਦੀ ਗੱਲ ਕੀਤੀ ਹੈ। ਜੇ ਨਹੀਂ ਤਾਂ ਇਹੋ ਕਾਰਨ ਹੈ ਕਿ ਸਾਡੇ ਵਿੱਚ ਅੱਜ ਨਾ ਉਹ ਦਮ ਹੈ, ਨਾ ਸਾਨੂੰ ਕਿਸੇ ਵੀ ਪਾਸਿਓਂ ਜੋ ਤਕਲੀਫਾਂ ਆਉਂਦੀਆਂ ਨੇ ਉਹਨਾਂ ਤੋਂ ਅਸੀਂ ਪਰਾਂ ਹੋ ਸਕ ਰਹੇ ਹਾਂ। ਅਤੇ ਨਿੱਕੀਆਂ ਨਿੱਕੀਆਂ ਉਹ ਗੱਲਾਂ 'ਤੇ ਅਸੀਂ ਥਿੜਕ ਜਾਂਦੇ ਹਾਂ। ਲਾਹਨਤ ਸਾਡੇ ਉੱਤੇ ਕਿ ਅਸੀਂ ਜੇ ਰੱਤੀ ਮਾਸਾ ਕਾਰੋਬਾਰ ਵਿੱਚ ਵੀ ਘਾਟਾ ਪੈ ਜਾਏ ਨਾ, ਅਤੇ ਅਸੀਂ ਆ ਕੇ ਆਪਣੇ ਉਸ ਗੁਰੂ ਨੂੰ ਇੱਥੋਂ ਤੱਕ ਕਹਿ ਜਾਂਦੇ ਹਾਂ ਕਿ ਤੂੰ ਸਾਡੇ ਨਾਲ ਦੁਸ਼ਮਣੀ ਕੀਤੀ ਹੈ। ਇਸ ਤੋਂ ਵੱਧ ਨਿਗਾਰ ਸਾਡੀ ਸੋਚ ਵਿੱਚ ਕੀ ਹੋ ਸਕਦਾ ਹੈ ਕਿ ਅਸੀਂ ਨਿੱਕੇ ਜਿਹੀ ਇੰਨੀ ਕੁ ਗੱਲ 'ਤੇ ਘਬਰਾ ਜਾਂਦੇ ਹਾਂ, ਸ਼ੁਕਰ ਨਹੀਂ ਕਰਦੇ ਦੋਨੋਂ ਅੱਖਾਂ ਚੱਲ ਰਹੀਆਂ ਨੇ, ਅੱਜ ਵੇਖ ਸਕ ਰਹੇ ਹਾਂ, ਦੋਨੋਂ ਲੱਤਾਂ ਚੱਲ ਰਹੀਆਂ ਨੇ, ਬਾਹਾਂ ਚੱਲ ਰਹੀਆਂ ਨੇ, ਅਤੇ ਕਿਰਤ ਕਰਨ ਜੋਗੇ ਹਾਂ ਜੋ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ ਸੀ, ਪਰ ਅਸੀਂ ਚੇਤੇ ਨਹੀਂ ਰੱਖਿਆ। ਇਹੋ ਕਾਰਨ ਹੈ ਗੁਰੂ ਤੋਂ ਤਾਂ ਅਸੀਂ ਬੇਦਾਵਾ ਲਿਖਿਆ ਹੀ ਹੈ, ਪਰ ਨਿੱਕੀਆਂ ਮੋਟੀਆਂ ਤਕਲੀਫਾਂ ਸਾਨੂੰ ਝਟਪਟ ਗੁਰੂ ਤੋਂ ਪਰਾਂ ਲੈ ਜਾਂਦੀਆਂ ਨੇ, ਅਤੇ ਉੱਥੇ ਜਾ ਕੇ ਬੇਦਾਵਾ ਲਿਖੇ ਨੂੰ ਕਿਸੇ ਪਾਸਿਓਂ ਪ੍ਰਵਾਨਗੀ ਨਹੀਂ ਮਿਲਦੀ, ਅਤੇ ਉਹ ਮੌਤ ਅਜਿਹੀ ਹੁੰਦੀ ਹੈ ਜਿਹੜੀ ਕਿਸੇ ਲੇਖੇ ਵੀ ਨਹੀਂ ਲੱਗਦੀ। ਜਿਵੇਂ ਇੱਥੇ ਕਦੇ ਕਿਸੇ ਨੂੰ ਫਰਕ ਨਹੀਂ ਪੈਣਾ ਕਿ ਕੱਲ੍ਹ ਨੂੰ ਕਿਤੇ ਅਮਰੀਕਾ ਦੇ ਕਿਸੇ ਸ਼ਹਿਰ ਵਿੱਚ ਕਿਸੇ ਇੱਕ ਦੀ ਰੋਡ ਐਕਸੀਡੈਂਟ ਵਿੱਚ ਮੌਤ ਹੋਈ, ਉਹਦਾ ਚੰਗਾ ਕਾਰੋਬਾਰ ਸੀ, ਬੱਚੇ ਨੇ, ਬਹੁਤ ਸੋਹਣਾ ਨਾਮ ਸੀ ਉਹਦਾ ਆਪਣੇ ਇਲਾਕੇ ਦੇ ਵਿੱਚ, ਕੀ ਕਿਸੇ ਨੂੰ ਫਰਕ ਪਿਆ? ਅੱਜ ਕਿਸੇ ਨੂੰ ਚਿੱਤ ਚੇਤੇ ਵੀ ਹੈ ਕਿ ਉਹਦੀ ਮੌਤ ਹੋਈ ਜਾਂ ਕਦੋਂ ਜੰਮਿਆ ਸੀ ਜਾਂ ਉਹਦੇ ਪੁੱਤਰ ਧੀਆਂ ਕਰਦੇ ਕੀ ਨੇ? ਤਾਂ ਫਿਰ ਇਹੋ ਚੀਜ਼ ਆਪਣੇ 'ਤੇ ਲਾਗੂ ਕਰਿਓ। ਸੱਚ ਜਾਣਿਓ, ਤੁਸੀਂ ਜਾਂ ਮੈਂ ਅੱਜ ਇਸ ਥਾਂ 'ਤੇ ਅਗਲਾ ਸਵਾਸ ਲੈਣਾ ਜਾਂ ਨਹੀਂ, ਕਿਸੇ ਨੂੰ ਇਹ ਪਤਾ ਨਹੀਂ ਲੱਗਣਾ ਕਿ ਕਿਸੇ ਵੀ ਥਾਈਂ ਇਹੋ ਜਿਹਾ ਕੋਈ ਜੀਵਿਆ ਸੀ, ਕੋਈ ਮਰਿਆ ਵੀ ਸੀ, ਫਰਕ ਨਹੀਂ ਪੈਣਾ। ਪਰ ਜਿੰਨੀਆਂ ਕੁ ਸ਼ਹਾਦਤਾਂ ਸਾਡੀ ਕੌਮ ਨੇ ਸਹੀਆਂ ਨੇ, ਜੇ ਓਨੇ ਕੁ ਦਾ ਹੀ ਇਤਿਹਾਸ ਅਸੀਂ ਅਗਾਂਹ ਆਪਣੇ ਬੱਚਿਆਂ ਤੱਕ ਤੋਰ ਸਕੀਏ ਤਾਂ ਯਕੀਨਨ ਇੱਕ ਸਿਰ 'ਤੇ ਚੜ੍ਹਿਆ ਹੋਇਆ ਕਰਜ਼ਾ ਲਾ ਸਕਾਂਗੇ। ਕਾਲੇ ਪਾਣੀ ਦੀ ਸਜ਼ਾ ਵਿੱਚ ਖਿਆਲ ਕਰਿਓ 2147 ਸਿੱਖ ਸੀ ਜਿਨ੍ਹਾਂ ਨੇ ਉੱਥੇ ਸਜ਼ਾ ਭੋਗੀ, ਜਿਹਦੇ ਵਿੱਚੋਂ ਟੋਟਲ ਜੇ ਉਸ ਸਮੇਂ ਦੇ ਦੇਖੀਏ ਤਾਂ 2646 ਸੀ, ਯਾਨੀ 81% ਸਿੱਖ ਸਨ ਜਿਨ੍ਹਾਂ ਨੇ ਉਸ ਸਮੇਂ ਇਹ ਸਭ ਕੁਝ ਸਹਿਆ। ਪਰ ਅਸੀਂ ਕਿਉਂਕਿ ਇਤਿਹਾਸ ਅਗਾਂਹ ਨਹੀਂ ਤੋਰਿਆ, ਉਹੀ ਕਾਰਨ ਹੈ ਕਿ ਅੱਜ ਇਹਨਾਂ ਥਾਵਾਂ 'ਤੇ ਅਸੀਂ ਹੇਟ ਕ੍ਰਾਈਮ ਦੇ ਸ਼ਿਕਾਰ ਹੋ ਰਹੇ ਹਾਂ, ਕਿਉਂਕਿ ਇਹ ਜਾਣਕਾਰੀ ਅਸੀਂ ਇੱਥੇ ਪਹੁੰਚਾ ਨਹੀਂ ਸਕੇ। ਇੱਥੋਂ ਦੇ ਆ ਕੇ ਜਦੋਂ ਸ਼ਿਕਾਰ ਬਣਦੇ ਹਾਂ, ਚੀਕਾਂ ਮਾਰਦੇ ਹਾਂ ਕਿ ਸਾਨੂੰ ਇੱਥੋਂ ਦੇ ਲੋਕਾਂ ਨੇ ਅਪਣਾਇਆ ਨਹੀਂ। ਕਾਰਨ ਸਿਰਫ ਇਹੋ ਕਿ ਅਸੀਂ ਨਾ ਤਾਂ ਆਪਣੇ ਗੁਰੂ ਦੀ ਸਿੱਖਿਆ ਸੁਣੀ, ਅਤੇ ਨਾ ਉਹ ਸਿੱਖਿਆ ਉਹ ਜੋ ਸਾਡਾ ਪਿਛੋਕੜ ਸੀ ਅਗਾਂਹ ਕਿਸੇ ਵੀ ਹਾਲ ਵਿੱਚ ਤੋਰਿਆ ਕਿ ਜਿਨ੍ਹਾਂ ਮੁਲਕਾਂ ਵਿੱਚ ਬੈਠੇ ਹਾਂ, ਘੱਟੋ ਘੱਟ ਉਹਨਾਂ ਮੁਲਕਾਂ ਵਿੱਚ ਹੀ ਇੱਥੋਂ ਦੇ ਬਾਸ਼ਿੰਦਿਆਂ ਨੂੰ ਦੱਸ ਸਕੀਏ ਕਿ ਇਹ ਕੌਮ ਦੇ ਵਿੱਚ ਇੱਕ ਸਿੱਖ ਹੋਣ ਦਾ ਮਕਸਦ ਕੀ, ਮਤਲਬ ਕੀ ਹੈ। ਅਤੇ ਇਹਦਾ ਮਤਲਬ ਹੈ ਕਿਸੇ ਵੀ ਜਿਹੜੇ ਵੀ ਮੁਲਕ ਵਿੱਚ ਕੋਈ ਇੱਕ ਸਿੱਖ ਹੋਏਗਾ, ਉਹਦਾ ਮਤਲਬ ਹੈ ਉਸ ਮੁਲਕ ਦੇ ਵਿੱਚ ਉਹਨਾਂ ਦੀ ਨਾ ਪੋਲੀਟੀਕਲੀ ਬਲਕਿ ਇਕਨੋਮਿਕਲੀ ਹਰ ਪਾਸਿਓਂ ਉਹਨਾਂ ਦਾ ਵਾਧਾ ਹੀ ਹੋਣ ਵਾਲਾ ਜੇ। ਇਹ ਅਸੀਂ ਇਹਨਾਂ ਨੂੰ ਸਮਝਾ ਨਹੀਂ ਸਕੇ। ਜਲਿਆਂਵਾਲਾ ਬਾਗ ਵਿੱਚ ਜੋ ਸ਼ਹੀਦ ਹੋਏ ਸਨ, 1300 ਵਿੱਚੋਂ 799 ਸਿੱਖ ਸਨ, ਯਾਨੀ 61% ਉਦੋਂ ਵੀ ਜਿਨ੍ਹਾਂ ਨੇ ਜਾਨ ਵਾਰੀ ਸੀ ਉਹ ਸਿੱਖ ਹੀ ਸਨ। ਬਜਬਜ ਘਾਟ ਵਿਖੇ ਵੀ ਮਾਰੇ ਗਏ 113 ਵਿੱਚੋਂ 67 ਸਿੱਖ ਸਨ, ਅਤੇ ਕੂਕਾ ਲਹਿਰ ਵਿੱਚ ਸਾਰੇ ਦੇ ਸਾਰੇ 91 ਸਿੱਖ ਸਨ। ਕੁੱਲ ਹਿੰਦੁਸਤਾਨ ਦੀ ਵਸੋਂ ਦੇ ਵਿੱਚੋਂ 1.9% ਸਿੱਖਾਂ ਦੀ ਗਿਣਤੀ ਹੋਣ ਦੇ ਬਾਵਜੂਦ ਜਿਹੜੀ ਗਿਣਤੀ ਕੁਰਬਾਨ ਹੋ ਜਾਣ ਵਾਲਿਆਂ ਦੀ, ਭਾਵੇਂ ਉਹ ਵਿਸ਼ਵ ਦੀਆਂ ਜੰਗਾਂ ਹੋਣ ਜਾਂ ਮੁਲਕ ਦੀ ਆਜ਼ਾਦੀ ਦੀ ਜੰਗ ਹੋਵੇ, ਹਰ ਥਾਈਂ ਜਿੱਥੇ ਵੀ ਵੇਖਿਆ ਜਾਵੇ ਸਿੱਖਾਂ ਦੀ ਸਾਰੀ ਥਾਵਾਂ 'ਤੇ ਮੋਢੀ ਇਸ ਵੇਲੇ ਰਹੇ ਨੇ ਜਾਨਾਂ ਵਾਰਨ ਦੇ ਵਿੱਚ। ਅਤੇ ਸਿੱਖ ਰਾਜ ਸਥਾਪਿਤ ਕਰਨ ਵਾਸਤੇ 2.5 ਲੱਖ
ਸਿੱਖ ਸਨ ਜਿਨ੍ਹਾਂ ਨੇ ਜਾਨਾਂ ਵਾਰੀਆਂ, ਜੋ ਨਵ ਜੰਮੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸ਼ਹੀਦ ਹੋਏ ਸਨ। ਕਿੰਨਿਆਂ ਕੁ ਨੂੰ ਅਸੀਂ ਯਾਦ ਕਰ ਸਕੇ ਹਾਂ, ਕਿੰਨਿਆਂ ਦਾ ਇਤਿਹਾਸ ਅਗਾਂਹ ਤੋਰ ਸਕੇ ਹਾਂ। ਇਹ ਸਾਡੇ ਵਿੱਚ ਹੀ ਕਮੀ ਹੈ, ਕਿਉਂਕਿ ਅਸੀਂ, ਮੈਂ ਫਿਰ ਦੁਹਰਾ ਰਹੀ ਹਾਂ, ਆਪਣੇ ਤੱਕ ਸੀਮਤ ਹੋ ਗਏ ਹਾਂ। ਮੇਰਾ ਕੰਮ ਚੱਲ ਰਿਹਾ ਹੈ, ਮੇਰਾ ਕਾਰੋਬਾਰ ਠੀਕ ਹੈ, ਮੇਰਾ ਘਰ-ਬਾਰ ਠੀਕ ਹੈ, ਤਾਂ ਮੈਂ ਸੁਰੱਖਿਅਤ ਹਾਂ। ਇਹ ਗਲਤੀ ਹੈ। ਜੇ ਉਹਨਾਂ ਸਮਿਆਂ ਵਿੱਚ ਚੰਦੂ ਤੇ ਗੰਗੂ ਸਨ ਤਾਂ ਸੱਚ ਜਾਣਿਓ ਘਰਾਂ ਵਿਚਲੀ ਚਿੰਤਾ ਹੀ ਜੋ ਸਾਨੂੰ ਖਾ ਕੇ ਮਾਰ ਮੁਕਾ ਰਹੀ ਹੈ, ਇਹ ਸਾਡਾ ਸਪਸ਼ਟ ਰੂਪ ਇਸ ਵੇਲੇ ਦਾ ਦਿਖਾ ਰਹੀ ਹੈ ਕਿ ਗੁਰੂ ਦੀ ਕੋਈ ਵੀ ਗੱਲ ਅਸੀਂ ਮੰਨੀ ਨਹੀਂ। ਅੱਜ ਦੇ ਇੱਥੋਂ ਦੇ ਤੁਹਾਡੇ ਜੋ ਚੋਟੀ ਦੇ ਡਾਕਟਰ ਨੇ, ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਹੈ, ਉਹ ਕਹਿ ਰਹੇ ਨੇ ਕਿ ਇਸੇ ਸਾਡੀ ਕਮਿਊਨਿਟੀ ਵਿਚਲੇ ਜਿੰਨੇ ਵੀ ਲੋਕ ਬਿਮਾਰ ਹੋ ਰਹੇ ਨੇ, ਉਹਨਾਂ ਵਿੱਚੋਂ 80% ਬਿਮਾਰੀ ਦੀ ਜੜ ਸਿਰਫ ਤਣਾਅ ਹੈ, ਸਟ੍ਰੈਸ, ਟੈਨਸ਼ਨ। ਯਾਨੀ ਕਿਸ ਚੀਜ਼ ਦੀ ਟੈਨਸ਼ਨ? ਮੈਂ ਇਹੀ ਅੱਜ ਤੁਹਾਡੇ ਕੋਲੋਂ ਪੁੱਛਣ ਆਈ ਹਾਂ ਕਿ ਗੁਰੂ ਸਾਹਿਬ ਦੇ ਕੋਲ ਅਸੀਂ ਖੜ੍ਹੇ ਹਾਂ, ਸਾਰੇ ਬੈਠੇ ਹਾਂ, ਅਤੇ ਸਾਨੂੰ ਪਤਾ ਹੈ ਕਿ ਇੱਥੇ ਆਉਣ ਦਾ ਮਤਲਬ ਇੱਕੋ ਜੇ ਕਿ ਅਸੀਂ ਹਾਓ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ। ਅਸੀਂ ਆਪਣੀ ਮੈਂ ਖ਼ਤਮ ਕਰਕੇ ਆਉਣੀ ਹੈ। ਚਰਨ ਧੂੜ ਬਣ ਕੇ ਇਸ ਥਾਂ 'ਤੇ ਪਹੁੰਚਣਾ ਸੀ, ਤਾਂ ਫਿਰ ਅਸੀਂ ਆਪਣੀ ਮੈਂ ਲੈ ਕੇ ਇੱਥੇ ਆਏ ਕਿਉਂ? ਕਿਉਂ ਅਸੀਂ ਆਪਣੇ ਨਾਮ ਨੂੰ ਇੱਥੇ ਚਾਹੁੰਦੇ ਹਾਂ ਹਮੇਸ਼ਾ, ਅਤੇ ਅੱਗੋਂ ਇੱਥੇ ਵੀ ਬਸ ਨਹੀਂ ਕਰਦੇ, ਅਸੀਂ ਆਪਣੀਆਂ ਚਿੰਤਾਵਾਂ ਨਾਲ ਲੈ ਕੇ ਆਉਂਦੇ ਹਾਂ। ਮੇਰੇ ਘਰ ਵਿੱਚ ਪੁੱਤਰ ਦਾ ਜਨਮ ਹੋਏ, ਮੇਰਾ ਕਾਰੋਬਾਰ ਠੀਕ ਰਹੇ, ਇੱਥੇ ਵੀ ਬਸ ਨਹੀਂ, ਅਗਾਂਹ ਤੁਰਦੇ ਹਾਂ। ਮੇਰੇ ਘਰ ਵਿੱਚ ਬਿਮਾਰੀ ਕਦੇ ਨਾ ਆਏ, ਅਤੇ ਅੰਤ ਵਿੱਚ ਮੰਗਦੇ ਕੀ ਹਾਂ? ਸਾਡੇ ਖਜ਼ਾਨੇ ਭਰਪੂਰ ਰਹਿਣ। ਕੋਈ ਇੱਕ ਵੀ ਹਰਫ ਕੀ ਸਾਡੀ ਅਰਦਾਸ ਵਿੱਚ ਲਿਖਿਆ ਜੇ ਮੰਗਣ ਲਈ? ਜੇ ਇਹੋ ਜਿਹੀਆਂ ਮੰਗਾਂ ਪ੍ਰਵਾਨ ਹੋ ਜਾਣੀਆਂ ਹੁੰਦੀਆਂ ਤਾਂ ਫਿਰ ਗੁਰੂ ਸਾਹਿਬ ਯਾਰੜੇ ਦੇ ਸੱਥਰ ਨਾ ਗਾਉਂਦੇ। ਉੱਥੇ ਮੰਗਦੇ ਹੀ ਇਹੋ ਕਿ ਮੈਂ ਅਰਦਾਸ ਕਰ ਦਿੱਤੀ ਹੈ, ਮੇਰੇ ਬੱਚੇ ਸੁਰੱਖਿਅਤ ਉੱਡ ਕੇ ਦੂਜੇ ਪਾਸੇ ਪਹੁੰਚ ਜਾਣ ਅਤੇ ਉਹ ਬਚ ਜਾਣਗੇ, ਆਰਾਮ ਨਾਲ ਹੋ ਸਕਦਾ ਸੀ। ਅਜਿਹਾ ਹੋਇਆ ਨਹੀਂ। ਤੱਤੀ ਤਵੀ ਨੂੰ ਠੰਡੇ ਕਰਨ ਲਈ ਵੀ ਅਰਦਾਸ ਹੋ ਸਕਦੀ ਸੀ, ਪਰ ਜੋ ਅਰਦਾਸ ਕੀਤੀ ਗਈ ਸੀ ਉਹਦੇ ਵੱਲ ਅਸੀਂ ਧਿਆਨ ਨਹੀਂ ਕੀਤਾ। ਬਤੌਰ ਇੱਕ ਡਾਕਟਰ ਦੱਸ ਦਿੰਦੀ ਹਾਂ, ਜੋ ਖੋਜਾਂ ਦੱਸਦੀਆਂ ਨੇ, ਸਿਰਫ ਇੰਨਾ ਕਹਿਣ ਨਾਲ ਤੇਰਾ ਕੀਆ ਮਿੱਠਾ ਲੱਗੇ ਨਾਲ ਸਰੀਰ ਅੰਦਰ ਤਬਦੀਲੀ ਕੀ ਹੁੰਦੀ ਜੇ। ਸਾਡੇ ਸਰੀਰ ਦੇ ਅੰਦਰ ਕੁਝ ਰਿਵਾਰਡ ਸਿਸਟਮ ਫਿੱਟ ਹੋਏ ਕੀਤੇ ਹੋਏ ਨੇ, ਉਹਨਾਂ ਦੇ ਨਾਲੋਂ ਨਾਲ ਕਈ ਐਸੇ ਹਾਰਮੋਨ ਅਤੇ ਐਨਜ਼ਾਈਮਸ ਨੇ ਜੋ ਸਾਡੀ ਦਰਦ ਘਟਾ ਸਕਦੇ ਨੇ। ਸਾਡੇ ਨੈਚੁਰਲ ਓਪੀਓਇਡਸ ਵੀ ਨੇ ਜੋ ਸਰੀਰ ਅੰਦਰ ਨਿਕਲਦੇ ਨੇ, ਜੋ ਪੀੜ ਮਹਿਸੂਸ ਨਹੀਂ ਕਰਵਾਉਂਦੇ। ਪਰ ਉਹਦੇ ਲਈ ਇੱਕ ਯਕੀਨ, ਇੱਕ ਇਤਬਾਰ ਹੋਣਾ ਬਹੁਤ ਜ਼ਰੂਰੀ ਹੈ। ਇਹ ਸਾਬਤ ਹੋਈਆਂ ਚੀਜ਼ਾਂ ਨੇ, ਖੋਜਾਂ ਸਾਬਤ ਕਰ ਚੁੱਕੀਆਂ ਨੇ ਕਿ ਜੇ ਅਸੀਂ ਪੂਰਾ ਯਕੀਨ ਰੱਖਿਆ ਹੋਵੇ ਕਿ ਮੇਰਾ ਗੁਰੂ ਮੇਰੇ ਨਾਲ ਹੈ, ਮੈਨੂੰ ਕੋਈ ਪਰਵਾਹ ਨਹੀਂ, ਕਿਉਂਕਿ ਇਹ ਜ਼ਿੰਦਗੀ ਸਦੀਵੀ ਨਹੀਂ। ਮੌਤ ਇੱਕੋ ਇੱਕ ਧਰਮ ਹੈ ਜਿਹੜਾ ਦੱਸਦਾ ਜੇ ਕਿ ਸਾਡੀ ਇਹ ਪਹਿਲ ਜੇ, ਜਿਹਨੂੰ ਯਾਦ ਰੱਖਣ ਦੀ ਲੋੜ ਹੈ ਕਿ ਮੌਤ ਹਮੇਸ਼ਾ ਸਾਡੇ ਸਿਰ ਦੇ ਉੱਤੇ ਜੇ, ਕਦੇ ਵੀ ਆ ਸਕਦੀ ਜੇ। ਇਹਦਾ ਭੈ ਖ਼ਤਮ ਕਰ ਲਿਆ ਜਾਏ, ਪਰ ਅਸੀਂ ਉਹ ਭੈ ਖ਼ਤਮ ਨਹੀਂ ਕੀਤਾ। ਸਾਰੇ ਦਾ ਸਾਰਾ ਜਿੰਨਾ ਵੀ ਅਸੀਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ, ਸਿਰਫ ਇਸੇ ਲਈ ਕਿ ਉਹ ਭੈ ਸਾਡੇ ਸਿਰਾਂ 'ਤੇ ਅਜੇ ਵੀ ਟੰਗਿਆ ਪਿਆ ਕਿ ਸਾਡੇ ਸਭ ਕੁਝ ਸਲਾਮਤ ਰਹਿ ਜਾਏ। ਅਸੀਂ ਡਰਦੇ ਇੱਥੇ ਸਿਰਫ ਇਸ ਤਰ੍ਹਾਂ ਵੜਦੇ ਹਾਂ ਜਿਵੇਂ ਟਾਰਚਰ ਸੈੱਲਾਂ ਦੇ ਵਿੱਚ ਪਹੁੰਚੇ ਹੋਈਏ ਕਿ ਅਸੀਂ ਖਿਮਾ, ਬਾਹਰ ਜੋ ਵੀ ਅਸੀਂ ਗਲਤ ਕੰਮ ਕਰਿਆ ਹੈ ਉਹ ਬਾਹਰ ਸੀ, ਇੱਥੇ ਨੱਕ ਰਗੜ ਲਵਾਂਗੇ ਅਤੇ ਸਭ ਕੁਝ ਠੀਕ ਹੋ ਜਾਏਗਾ। ਇਸ ਤਰ੍ਹਾਂ ਦਾ ਸਿਸਟਮ ਕੁਦਰਤ ਨੇ ਬਣਾਇਆ ਨਹੀਂ, ਨਾ ਗੁਰੂ ਸਾਹਿਬ ਨੇ ਇਹੋ ਜਿਹਾ ਸਾਨੂੰ ਕਿਤੇ ਵੀ ਸਮਝਾਇਆ। ਜੇ ਕੁਛ ਮੰਗਣਾ ਤਾਂ ਅਸੀਂ ਸਿਰਫ ਖਾਲਸਾ ਰਾਜ ਦੀ ਫਤਿਹ, ਦੇਗ ਤੇ ਤੇਗ ਦੀ ਫਤਿਹ, ਅਸੀਂ ਇਹੋ ਜਿਹੀ ਚੀਜ਼ ਮੰਗਦੇ ਨਹੀਂ। ਨਾ ਨਾਮਦਾਨ ਮੰਗਦੇ ਹਾਂ, ਨਾ ਵਿਸਾਹਦਾਨ, ਨਾ ਭਰੋਸਾ ਦਾਨ। ਪਰ ਜਦੋਂ ਅਕਲ ਦੀ ਗੱਲ ਆਏ, ਅਸੀਂ ਦੌੜ ਜਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਮੇਰਾ ਕੰਮ, ਮੇਰਾ ਕਾਰੋਬਾਰ, ਮੇਰਾ ਫੋਨ, ਮੇਰਾ ਪਿੱਛੇ ਕੁਝ ਨਾ ਕੁਝ ਰਹਿ ਗਿਆ ਏ, ਮੈਂ ਭੱਜ ਲਵਾਂ। ਅਤੇ ਇਹਦੇ ਨਾਲੋਂ ਨਾਲ ਹੋਰ ਵੀ ਕਈ ਕੰਮ ਨੇ ਜੋ ਸਾਡੇ ਦਿਮਾਗ ਅੰਦਰ ਵੜੇ ਹੁੰਦੇ ਨੇ, ਜਿਹੜੇ ਸਾਨੂੰ ਗੁਰੂ ਨਾਲ ਜੋੜਨ ਨਹੀਂ ਦਿੰਦੇ। ਭਲਾ ਇਹਨਾਂ ਦੇ ਕੀ ਕੰਮ ਨਹੀਂ ਸਨ? ਜ਼ਰਾ ਸੋਚੋ, ਗੁਰੂ ਗੋਬਿੰਦ ਸਿੰਘ ਜੀ ਵੇਲੇ 5000 ਸਿੰਘ ਸ਼ਹੀਦ ਹੋਏ ਸਨ। ਕਿ ਉਹਨਾਂ ਦੇ ਘਰ-ਬਾਰ ਨਹੀਂ ਸੀ, ਮਾਂ ਪਿਓ ਨਹੀਂ ਸੀ, ਕਿ ਉਹਨਾਂ ਨੂੰ ਕੋਈ ਹੋਰ ਕੰਮ ਹੀ ਨਹੀਂ ਸੀ, ਕਿ ਕੁਝ ਅਕਲ ਖਾਨਿਓਂ ਨਿਕਲ ਗਈ ਸੀ? ਕਿਉਂ ਸ਼ਹੀਦ ਹੋਏ ਸਨ? ਕੋਈ ਤਾਂ ਕਾਰਨ ਹੋਏਗਾ। ਬੰਦਾ ਬਹਾਦਰ ਦੇ ਵੇਲੇ 25000 ਸਿੰਘ ਸ਼ਹੀਦ ਹੋਏ ਸਨ। ਕਿਉਂ ਹੋਏ ਸਨ? ਉਹਨਾਂ ਦੇ ਵੀ ਘਰ-ਬਾਰ ਸਨ, ਕੰਮਕਾਰ ਉਹਨਾਂ ਦੇ ਵੀ ਹੋਣਗੇ, ਝਰੀਟ ਦੀ ਪੀੜ ਉਹਨਾਂ ਨੂੰ ਵੀ ਹੋਏਗੀ, ਪਰ ਕਿਉਂ ਨਹੀਂ ਮਹਿਸੂਸ ਕੀਤੀ? ਕਦੇ ਧਿਆਨ ਕੀਤਾ ਜੇ ਬੰਦਾ ਸਿੰਘ ਬਹਾਦਰ ਵੇਲੇ ਹੋਇਆ ਕੀ ਸੀ? ਕੌਣ ਆਏ ਸਨ ਜੰਗ ਵਿੱਚ ਲੜਨ ਲਈ? ਸਿਰਫ ਇੱਕ ਪੀੜ ਸੀ।
ਉਸ ਸਮੇਂ ਦੇ ਮਨ ਵਿੱਚ ਸਭ ਦੇ ਇੱਕ ਪੀੜ ਸੀ ਕਿ ਜ਼ੁਲਮ ਹੋਇਆ ਜੇ, ਤੇ ਜ਼ੁਲਮ ਅੱਤ ਦਾ ਏ, ਤੇ ਇਹ ਜ਼ੁਲਮ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬਸ ਇੱਥੇ ਤੱਕ ਸੋਚ ਸੀਮਤ ਸੀ, ਤੇ ਤੁਰੇ ਕੌਣ ਸਨ? ਬੰਦਾ ਸਿੰਘ ਬਹਾਦਰ ਨੇ ਕੀ ਸੋਚਿਆ ਸੀ? ਮੈਂ 20 ਸਿੰਘਾਂ ਨਾਲ ਮੁਗਲ ਸਮਰਾਜ ਨਾਲ ਟੱਕਰ ਲੈ ਸਕਦਾ? ਨਾ ਗੋਲੀਆਂ ਨਿਹੱਥਾ ਤੁਰਿਆ, ਕੀ ਸਮਝ ਰਿਹਾ ਸੀ ਮੈਂ ਕਿਸ ਨੂੰ ਜਿੱਤਣ ਚੱਲਿਆ? ਤੇ ਨਾਲ ਕੌਣ ਤੁਰੇ ਸਨ? ਧਿਆਨ ਕੀਤਾ ਜੇ ਕਦੇ? ਖੇਤਾਂ ਦੇ ਵਿੱਚ ਖੜੇ ਕਾਮੇ ਜੋ ਕਿਰਤ ਦੇ ਸਨ ਉਸ ਵੇਲੇ, ਜਿਹੜੇ ਮਾਹਰ, ਉਹ ਨਿਕਲੇ ਸਨ ਸਿਰਫ ਇੱਕ ਪੀੜ ਲੈ ਕੇ। ਪੀੜ ਦਾ ਜਜ਼ਬਾ ਸੀ ਕਿ ਸਾਡੇ ਗੁਰੂ ਨਾਲ ਅੱਤ ਹੋਈ ਹੈ, ਇਹ ਜ਼ੁਲਮ ਬਰਦਾਸ਼ਤ ਤੋਂ ਬਾਹਰ ਹੈ। ਲੈ ਕੇ ਕੀ ਤੁਰੇ ਸਨ? ਦਾਤੀਆਂ ਤੇ ਰੰਬੇ। ਇਤਿਹਾਸਕਾਰ ਲਿਖਦੇ ਨੇ ਕਿ ਇਹ ਚੀਜ਼ਾਂ ਚੁੱਕ ਕੇ ਉਹ ਤੁਰ ਪਏ ਸਨ ਕਿ ਜ਼ੁਲਮ ਅੱਤ ਦਾ ਏ, ਸਾਡੇ ਗੁਰੂ ਦੇ ਬੱਚਿਆਂ ਦੇ ਨਾਲ ਜੋ ਹੋਇਆ ਉਹ ਬਰਦਾਸ਼ਤ ਤੋਂ ਬਾਹਰ ਏ, ਤੇ ਇੱਕੋ ਸੋਚ ਕੇ ਮੁਗਲ ਰਾਜ ਦੀ ਜੜ ਪੁੱਟਣੀ ਜੇ। ਰੰਬਿਆਂ ਦਾਤੀਆਂ ਨਾਲ ਜੋ ਵਾਪਰਿਆ ਇਤਿਹਾਸ ਏ। ਸਰਹੰਦ ਦੀ ਇੱਟ ਨਾਲ ਇੱਟ ਖੜਕੀ ਸੀ, ਕੁਝ ਵੀ ਨਹੀਂ ਸੀ ਬਚਿਆ। ਤੇ ਕਿਹਨਾਂ ਨੇ ਜਿੱਤਿਆ ਸੀ? ਖੇਤਾਂ ਵਿੱਚ ਕੰਮ ਕਰਦਿਆਂ ਨੇ, ਰੰਬਿਆਂ ਤੇ ਆਰਿਆਂ ਨੇ। ਇਹ ਦਿਲ ਸੋਚ ਕੇ ਵੇਖਿਓ ਕਿਵੇਂ ਉਹਨਾਂ ਦਾ ਕਠੋਰ ਵੀ ਹੋਇਆ ਸੀ, ਦ੍ਰਿੜ ਇਰਾਦਾ ਵੀ ਸੀ, ਤੇ ਸਿਰਫ ਇੱਕੋ ਮਨ ਵਿੱਚ ਸੋਚ ਕਿ ਜ਼ੁਲਮ ਅੱਤ ਦਾ ਏ ਤੇ ਅਸੀਂ ਇਹ ਜ਼ੁਲਮ ਸਹਿਣਾ ਨਹੀਂ। ਸਰੀਰਕ ਤਾਕਤ ਨਹੀਂ ਸੀ, ਮਾਨਸਿਕ ਤਾਕਤ ਸੀ, ਆਪਣੇ ਗੁਰੂ ਨਾਲ ਜੁੜੀ ਸੋਚ ਸੀ, ਜਿਸ ਨੇ ਕਮਾਲ ਕਰ ਦਿੱਤੀ ਕਿ ਉਹ ਮਿਸਾਲ ਬਣ ਚੁੱਕੀ ਹੈ ਪੂਰੀ ਦੁਨੀਆ ਦੇ ਵਿੱਚ ਕਿ ਇਸ ਤਰੀਕੇ ਵੀ ਕਦੇ ਜੰਗ ਲੜੀ ਜਾਂਦੀ ਜੇ। ਜਦੋਂ ਜਿੱਤਣਾ ਹੋਏ ਤਾਂ ਰੰਬੇ ਆ ਰਹੀ ਬਥੇਰੇ ਹੁੰਦੇ ਨੇ ਵੱਢਣ ਲਈ, ਜੇ ਮਨ ਵਿੱਚ ਦ੍ਰਿੜ ਇਰਾਦਾ ਹੋਏ। ਭਲਾ ਇਹ ਵੀ ਕਦੇ ਸੋਚਿਆ ਜੇ 21 ਸਿੰਘ ਸਾਰਾ ਗੜ੍ਹੀ ਦੇ ਵਿੱਚ ਤੇ ਬ੍ਰਿਟੇਨ ਦੇ ਆਰਮੀ ਦੇ ਵਿੱਚ ਇਹ ਜੰਗ ਪੜ੍ਹਾਈ ਜਾ ਰਹੀ ਹੋਵੇ? ਆਖਰ ਕੀ ਜਜ਼ਬਾ ਸੀ? ਓਨੀਆਂ ਗੋਲੀਆਂ ਵੀ ਨਹੀਂ ਸੀ। 10,000 ਦਾ ਸਾਹਮਣਾ ਕਰਨ ਲਈ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਮਿਸਾਲ ਬਣ ਚੁੱਕੀ ਹੈ। ਇਸ ਬਹਾਦਰੀ ਦੀ ਮਿਸਾਲ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲਦੀ। ਉਹ 21 ਨੇ ਸਾਬਤ ਕਰ ਦਿੱਤਾ ਕਿ ਇੱਕ ਵੀ 1.25 ਲੱਖ ਦੇ ਬਰਾਬਰ ਜੇ, ਤੇ ਇਹੋ ਕਾਰਨ ਜੇ ਕਿ ਉਦੋਂ ਸੱਟ ਜਾਂ ਪੀੜ ਜਾਂ ਘਰ-ਬਾਰ ਤੇ ਆਪਣੇ ਕਾਰੋਬਾਰ ਜਾਂ ਕੰਮ ਉਸ ਸਮੇਂ ਚੇਤੇ ਨਹੀਂ ਰਹਿੰਦੇ। ਸਿਰਫ ਇੱਕੋ ਰਾਹ ਦਿਸਦਾ ਜੇ, ਕੁਰਬਾਨ ਹੋ ਜਾਣ ਦਾ, ਉਹ ਵੀ ਆਪਣੇ ਗੁਰੂ ਦਾ, ਕਿ ਮੇਰਾ ਮਿਲਣ ਹੋਣਾ ਜੇ ਉਸ ਗੁਰੂ ਦੇ ਨਾਲ, ਤੇ ਮੈਂ ਫਖਰ ਨਾਲ ਸਿਰ ਉੱਚਾ ਕਰਕੇ ਮਿਲਾਂਗਾ ਆਪਣੇ ਗੁਰੂ ਪਿਤਾ ਨਾਲ ਕਿ ਮੈਂ ਖਰਾ ਉਤਰਿਆ। ਮੈਂ ਉਦੋਂ ਆਪਣੀ ਫਤਿਹ ਦੀ ਗੱਲ ਨਹੀਂ ਸੀ ਕੀਤੀ, ਮੈਂ ਫਤਿਹ ਉਦੋਂ ਵੀ ਪੰਥ ਦੀ ਕੀਤੀ ਸੀ। ਫਤਿਹ ਕੀਤੀ ਸੀ ਗੱਲ ਕਿ ਮੇਰੀ ਕੌਮ ਜਦੋਂ ਵੀ ਅਗਲੀ ਆਵੇ ਤਾਂ ਮੇਰੀ ਇਸ ਬਹਾਦਰੀ ਤੇ, ਮੇਰੀ ਇਸ ਸ਼ਹਾਦਤ ਤੇ ਫਖਰ ਕਰ ਸਕੇ। ਇਸ ਸੋਚ ਦੇ ਨਾਲ ਕੁਰਬਾਨ ਹੋ ਜਾਣ ਦਾ ਮਤਲਬ ਹੈ ਕਿ ਉਹ 21 ਸਿੰਘ ਕਦੇ ਵੀ ਕਿਸੇ ਵੀ ਸਦੀ ਵਿੱਚ ਭੁਲਾਏ ਨਹੀਂ ਜਾਣਗੇ। ਉਹਨਾਂ ਇਤਿਹਾਸ ਸਿਰਜਿਆ ਸੀ ਉਹ ਨਿੱਕੀ ਜਿਹੀ ਉਮਰ ਵਿੱਚ, ਜਿਹੜੀ ਅਸੀਂ ਅੱਜ 80 ਵਰ੍ਹਿਆਂ ਤੱਕ ਵੀ ਅਫਸੋਸ ਲੋਕ ਘਰਾਂ ਵਿੱਚ ਆਪਣੇ ਆਪਣੇ ਦਰਾਂ ਵਿੱਚ ਬੰਦ, ਸਿਰਫ ਕਮਾਈ ਦੇ ਸਾਧਨਾਂ ਤੱਕ ਸੀਮਤ ਹੋ ਕੇ ਅਸੀਂ ਕਿਤੇ ਦੂਰ ਗੁਰੂ ਤੋਂ ਪਹੁੰਚ ਚੁੱਕੇ ਹਾਂ। ਤੇ ਇਹ ਯਾਦ, ਇਹ ਮੌਤ ਜਾਂ ਜ਼ਿੰਦਗੀ ਕਿਸੇ ਨੂੰ ਫਰਕ ਪੈਣਾ ਹੀ ਨਹੀਂ। 25,000 ਸਿੰਘ ਮੁਗਲ ਅਬਦੁਲ ਸਮਾਦ ਖਾਨ ਵੇਲੇ ਵੀ ਸ਼ਹੀਦ ਹੋਏ, 10,000 ਯਹੀਆ ਖਾਨ ਵੇਲੇ, 10,000 ਮੁਗਲ ਸ਼ਾਹ ਨਵਾਜ਼ ਵੇਲੇ, 30,000 ਮੁਗਲ ਮੁਈਨ ਮੁਲੁਦ ਤੇ ਹੋਏ, 5,000 ਮੁਗਲ ਅਦੀਨਾ ਬੇਗ ਖਾਨ ਨੇ ਵੱਢੇ, 60,000 ਨਜ਼ਬ ਉਦ ਦੌਲਾ ਨੇ, 50,000 ਤੈਮੂਰ ਸ਼ਾਹ ਨੇ, 50,000 ਅਹਿਮਦ ਸ਼ਾਹ ਅਬਦਾਲੀ ਨੇ, ਤੇ ਆਜ਼ਾਦੀ ਵੇਲੇ ਤੱਕ 10 ਲੱਖ ਸਿੱਖ ਸ਼ਹੀਦ ਹੋ ਗਏ ਸਨ। ਤੇ 10 ਦੇ 10 ਲੱਖ ਦੇ ਟੱਬਰ ਸਨ, ਉਹਨਾਂ ਟੱਬਰਾਂ ਦੇ ਕਾਰੋਬਾਰ ਵੀ ਸਨ। ਤੇ ਜੇ ਇਹ ਥਿੜਕ ਜਾਂਦੇ ਕਿ ਸਾਨੂੰ ਕੀ ਲੋੜ ਪਈ ਹੈ, ਤਾਂ ਤੁਸੀਂ ਜਾਂ ਮੈਂ ਅੱਜ ਹੋਣਾ ਨਹੀਂ ਸੀ। ਅਸੀਂ ਇਹ ਕੁਰਬਾਨੀਆਂ ਭਾਵੇਂ ਵਿਸਾਰ ਦਈਏ ਤਾਂ ਸੱਚ ਜਾਣਿਓ ਇਹ ਪੰਥ ਸਾਨੂੰ ਵਿਸਾਰ ਦੇਵੇਗਾ। ਜਿਸ ਨੇ ਵੀ ਇਹ ਕੁਰਬਾਨੀਆਂ ਨਾ ਯਾਦ ਰੱਖੀਆਂ, ਪੰਥ ਉਹਨੂੰ ਯਾਦ ਨਹੀਂ ਰੱਖਣ ਲੱਗਾ। ਉਹ ਕੀੜੇ ਮਕੌੜੇ ਦੀ ਜ਼ਿੰਦਗੀ ਅੱਜ ਵੀ ਜੀ ਰਿਹਾ ਹੈ। 50 ਸਾਲ ਹੋਰ ਜੀ ਲਵੇ ਜਾਂ ਇੱਕ ਪਲ ਹੋਰ ਜੀ ਲਵੇ, ਕਿਸੇ ਨੂੰ ਫਰਕ ਨਹੀਂ ਪੈਣਾ। ਪਰ ਜਦੋਂ ਇਸ ਪੰਥ 'ਚੋਂ ਇਕੱਲਾ ਵੀ ਕਦੇ ਸਾਹਮਣਾ ਕਰਨ ਲਈ ਤਿਆਰ ਹੋ ਕੇ ਖੜਾ ਹੋਏਗਾ ਤਾਂ ਉਹ ਬੋਤਾ ਸਿੰਘ ਵਾਂਗ ਇਕੱਲਾ ਵੀ ਯਾਦ ਰੱਖਿਆ ਜਾਏਗਾ। ਸੀ ਤਾਂ ਅਜੀਬ ਗੱਲ, ਪਰ ਮੁਗਲ ਇਤਿਹਾਸ ਬੋਤਾ ਸਿੰਘ ਨੂੰ ਵੀ ਭੁਲਾ ਨਹੀਂ ਸਕੇ। ਜਿਸ ਤਰੀਕੇ ਜ਼ਿਕਰ ਕਰਦੇ ਨੇ ਬੇਮਿਸਾਲ ਹੈ। ਐਲਾਨ ਹੋ ਗਿਆ ਹੋਇਆ ਸੀ ਕਿ ਇਸ ਵੇਲੇ ਇੱਕ ਵੀ ਸਿੰਘ ਬਚਿਆ ਨਹੀਂ। ਉਸ ਦੇ ਬਾਵਜੂਦ ਕਮਾਲ ਇਹ ਵੇਖੋ
ਕਿ ਉਹ ਇਕੱਲਾ ਖੇਤਾਂ ਵਿੱਚ ਕੰਮ ਕਰਦਾ। ਇਹ ਐਲਾਨ ਸੁਣਨ ਤੋਂ ਬਾਅਦ ਵੀ ਥਿੜਕਿਆ ਨਹੀਂ। ਘਰ-ਬਾਰ ਉਹਦਾ ਵੀ ਸੀ, ਖੇਤ 'ਚ ਕੰਮ ਕਰਦਾ ਸੀ, ਬੱਚੇ ਵੀ ਸੀ, ਉਹਨੂੰ ਫਿਕਰ ਹੋ ਸਕਦਾ ਸੀ। ਪਰ ਗੁਰੂ ਨਾਲ ਜੁੜੀ ਸੋਚ ਕਿ ਮੈਂ ਬਾਅਦ ਵਿੱਚ ਹਾਂ, ਮੇਰਾ ਪੰਥ ਪਹਿਲਾਂ ਹੈ। ਕਿਉਂਕਿ ਗੁਰੂ ਸਾਹਿਬ ਨੇ ਇਹੋ ਸੁਨੇਹਾ ਦਿੱਤਾ ਸੀ, ਮੇਰੇ ਚਾਰੋਂ ਪੁੱਤਰ ਵਾਰੇ ਜਾਣ ਤਾਂ ਵਾਰੇ ਜਾਣ, ਪਰ ਮੇਰਾ ਪੰਥ ਸਲਾਮਤ ਰਹਿਣਾ ਚਾਹੀਦਾ। ਅਸੀਂ ਸੋਚ ਉਸ 'ਤੇ ਟਿਕੇ ਹਾਂ ਕਿ ਅਸੀਂ ਇਸ ਸੋਚ 'ਤੇ ਟਿਕੇ ਹਾਂ ਕਿ ਪੰਥ ਜਾਵੇ ਜਿੱਥੇ ਮਰਜ਼ੀ, ਪਰ ਮੈਂ ਤੇ ਮੇਰਾ ਟੱਬਰ ਸਲਾਮਤ ਰਹਿਣਾ ਚਾਹੀਦਾ। ਇਸ ਤਰੀਕੇ ਦਾ ਸਿੱਖ ਇਸ ਪੰਥ ਦੇ ਵਿੱਚ ਤੇ ਗੁਰੂ ਸਾਹਿਬ ਨੂੰ ਪ੍ਰਵਾਨ ਨਹੀਂ ਹੁੰਦਾ। ਜੇ ਬੋਤਾ ਸਿੰਘ ਇਕੱਲਾ ਉਸ ਸਮੇਂ ਇਹ ਜੁਰਤ ਰੱਖ ਸਕਦਾ ਸੀ ਕਿ ਜਦ ਤੱਕ ਇੱਕ ਵੀ ਸਿੰਘ ਇਸ ਧਰਤੀ 'ਤੇ ਹੈ, ਸਿੱਖ ਰਾਜ ਤਾਂ ਉਸੇ ਨਾਲ ਸਲਾਮਤ ਹੋ ਜਾਂਦਾ। 1.25 ਲੱਖ ਬੰਦਾ ਪੂਰਾ ਰਾਜ ਸਥਾਪਿਤ ਕਰਨ ਦੇ ਯੋਗ ਹੈ। ਉਹਨੂੰ ਪਤਾ ਸੀ ਕਿ ਜੇ ਮੈਂ ਮੁਗਲ ਸਲਤਨਤ ਦੀ ਟੱਕਰ ਲੈ ਰਿਹਾ, ਦਿਖਾ ਰਿਹਾ ਕਿ ਮੈਂ ਇਕੱਲਾ ਜਦ ਤੱਕ ਜਿਉਂਦਾ, ਸਿੱਖ ਇਸ ਧਰਤੀ ਤੋਂ ਖ਼ਤਮ ਨਹੀਂ ਹੋ ਸਕਦੇ। ਦਾ ਮਤਲਬ ਇਹੋ ਹੈ, ਇਸ ਧਰਮ ਦੇ ਵਿੱਚ ਆਪਣੇ ਆਪ ਤੱਕ ਦੀ ਸੀਮਤ ਸੋਚ ਹੈ ਹੀ ਨਹੀਂ। ਅਸੀਂ ਕਦੇ ਤਾਂ ਜਾਗੀਏ ਆਪਣੇ 'ਚੋਂ, ਅੰਦਰੋਂ ਇਹ ਮੁਕਾ ਦਈਏ ਕਿ ਮੈਂ ਤੇ ਮੇਰਾ, ਛੱਡ ਕੇ ਕਦੇ ਤਾਂ ਕਹੀਏ ਤੇਰਾ। ਉਸ ਦਿਨ ਸਹੀ ਮਾਇਨਿਆਂ ਵਿੱਚ 550 ਸਾਲਾਂ ਮਨਾਵਾਂਗੇ। ਨਹੀਂ ਤਾਂ ਸੱਚ ਜਾਣਿਓ, ਜਿਹੜੇ ਇਹ 10 ਲੱਖ ਸਿੱਖ ਸ਼ਹੀਦ ਹੋਏ, ਮਰਨ ਬਾਅਦ ਸਾਡੇ ਤੋਂ ਜ਼ਰੂਰ ਸਵਾਲ ਕਰਨਗੇ, ਤੁਸੀਂ ਕੀ ਕਰਕੇ ਆਏ ਹੋ? ਤੁਹਾਡੇ ਇਸ ਚੀਜ਼ ਲਈ ਅਸੀਂ ਸ਼ਹਾਦਤਾਂ ਦਿੱਤੀਆਂ ਸੀ ਕਿ ਤੁਸੀਂ ਆਪਣੇ ਕੰਮਕਾਰ ਮੁਕਾਉਣੇ ਨੇ। ਇਸ ਚੀਜ਼ ਲਈ ਸ਼ਹਾਦਤਾਂ ਦਿੱਤੀਆਂ ਸੀ ਤੁਸੀਂ ਖਜ਼ਾਨੇ ਭਰਪੂਰ ਕਰਵਾਉਣੇ ਨੇ। ਅਤੇ ਗੁਰੂ ਸਾਹਿਬ ਦੀ ਇੰਨੀ ਗੱਲ ਵੀ ਸਮਝ ਨਹੀਂ ਆਈ ਕਿ ਇਹ ਕੂੜ ਹੈ। ਫਿਰ ਵੀ ਅਸੀਂ ਉਸੇ ਹੀ ਥਾਂ 'ਤੇ ਉਸੇ ਚੀਜ਼ ਲਈ ਟਿਕੇ, ਆਪਣੇ ਆਪ ਨੂੰ ਕਦੇ ਵੀ ਗੁਰੂ ਦਾ ਸਿੱਖ ਸਹੀ ਮਾਇਨਿਆਂ ਵਿੱਚ ਅਖਵਾਉਣ ਯੋਗ ਬਣੇ ਹੀ ਨਹੀਂ। ਤਾਂ ਇਹ ਜ਼ਿੰਦਗੀ ਸੱਚਮੁੱਚ ਜ਼ਲਾਲਤ ਦੀ ਜ਼ਿੰਦਗੀ ਹੈ, ਅਣਖ ਦੀ ਜ਼ਿੰਦਗੀ ਨਹੀਂ। ਮੇਰਾ ਇੱਥੇ ਆਉਣ ਦਾ ਮਕਸਦ ਸਿਰਫ ਇਹ ਸੀ, ਕਿਉਂਕਿ ਸਮਾਂ ਮੈਨੂੰ ਬਹੁਤ ਸੀਮਤ ਦਿੱਤਾ ਗਿਆ, ਕਿ ਤੁਹਾਡੇ ਅੰਦਰਲਾ ਕੁਝ ਜੋ ਬੁੱਝ ਚੁੱਕਿਆ ਹੈ, ਇਹ ਨਹੀਂ ਕਿ ਖ਼ਤਮ ਹੋਇਆ ਜੇ। ਕਿਉਂਕਿ ਜੋ ਬਾਰੂਦ ਸਾਡੇ ਲਹੂ ਦੇ ਅੰਦਰ ਹੈ, ਜੋ ਸਾਡੇ ਅੰਦਰ ਦੀ ਅੱਗ ਗੁਰੂ ਸਾਹਿਬ ਨੇ ਭਰੀ ਸੀ, ਉਹ ਅੱਜ ਵੀ ਜ਼ਿੰਦਾ ਹੈ। ਕਿਸੇ ਇੱਕ ਥਾਂ 'ਤੇ ਜੇ ਅੱਜ ਵੀ ਸੁਣ ਲਈਏ ਕਿਸੇ ਸਿੱਖ 'ਤੇ ਹੱਲਾ ਹੋਇਆ, ਤਾਂ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਸਿੱਖ ਨੂੰ ਪੀੜ ਮਹਿਸੂਸ ਹੁੰਦੀ ਜੇ। ਇਹ ਜੇ ਸਾਡੀ ਸਾਂਝ ਜੋ ਗੁਰੂ ਸਾਹਿਬ ਗੰਢ ਗਏ ਸੀ। ਪਰ ਇਹ ਪੀੜ ਸਿਰਫ ਉਦੋਂ ਤੱਕ ਰਹਿਣੀ ਜੇ ਜਦੋਂ ਅਸੀਂ ਸਾਬਤ ਸੂਰਤ ਤੇ ਸਲਾਮਤ ਰਹਿ ਗਏ। ਜੇ ਗੁਰੂ ਸਾਹਿਬ ਦਾ ਪਹਿਰਾਵਾ ਵੀ ਨਾ ਰੱਖਿਆ ਕਿ ਅਸੀਂ ਹਾਂ ਕੌਣ, ਨਾ ਉਹਨਾਂ ਦੀ ਜ਼ਬਾਨ ਰੱਖੀ ਕਿ ਸਾਡੀ ਪਛਾਣ ਵੀ ਨਾ ਰਹੇ, ਤਾਂ ਫਿਰ ਸਾਡੇ ਲਈ ਕਿਸੇ ਹੋਰ ਨੂੰ ਪੀੜ ਹੋਣੀ ਨਹੀਂ। ਪਰ ਕਦੇ ਤਾਂ ਇਹ ਅਰਦਾਸ ਲੈ ਕੇ ਮਨੋ ਆਈਏ ਕਿ ਅੱਜ ਅਸੀਂ ਆਪਣੇ ਲਈ ਕੁਝ ਵੀ ਮੰਗਣ ਨਹੀਂ ਜਾਣਾ। ਸਿਰਫ ਇਹ ਕਹਿਣਾ ਕਿ ਜਿੱਥੇ ਵੀ ਕੋਈ ਵੀ ਸਿੰਘ ਹੋਵੇ, ਉਹਦੀ ਦੇਗ ਤੇ ਤੇਗ ਦੀ ਫਤਿਹ ਦੀ ਗੱਲ ਕਰੇ। ਅਤੇ ਜਿੱਥੇ ਵੀ ਕਿਤੇ ਕੋਈ ਸਿੰਘ ਹੋਵੇ, ਉਹ ਗੁਰੂ ਸਾਹਿਬ ਦਾ ਸੁਨੇਹਾ ਅਗਾਂਹ ਤੋਰਨ ਲਈ ਸਲਾਮਤ ਰਹੇ। ਉਸ ਦਿਨ ਦੀ ਚੜ੍ਹਦੀ ਕਲਾ ਦੀ ਜੋ ਸਿੱਖ ਕੌਮ ਦੇ ਵਿੱਚ ਸਾਨੂੰ ਨਜ਼ਰ ਆਏਗੀ ਤਸਵੀਰ, ਉਹ ਮਿਸਾਲੋਂ ਬਾਹਰ ਹੋ ਜਾਣੀ ਹੈ। ਪਰ ਕਾਸ਼ ਸਾਡੇ ਵਿੱਚੋਂ ਕਿਸੇ ਇੱਕ ਦਿਨ ਤਾਂ ਇਹ ਅਰਦਾਸ ਹੋਵੇ ਕਿ ਅੱਜ ਖਜ਼ਾਨਿਆਂ ਦੀ ਗੱਲ ਨਹੀਂ ਕਰਨੀ। ਅੱਜ ਜੋ ਕੋਈ ਵੀ ਆਇਆ ਜੇ ਆਪਣਾ ਇੱਕ ਪੌਂਡ ਟੇਕ ਰਿਹਾ ਹੈ, ਅਤੇ ਆਪਣੇ ਨਾਮ ਦਾ ਇੱਥੇ ਇਜ਼ਹਾਰ ਨਾ ਕਰੇ, ਕਿਉਂਕਿ ਗੁਰੂ ਸਾਹਿਬ ਤੋਂ ਦਿੱਤਾ ਹੀ ਖਾ ਰਿਹਾ ਹੈ, ਅਤੇ ਵਾਪਸ ਦੇਣ ਲੱਗਿਆ ਕਿਸ ਚੀਜ਼ ਦੀ ਹਉਮੈ ਕਰ ਰਿਹਾ ਕਿ ਮੇਰੀ ਵੱਲੋਂ ਅੱਜ ਮੈਂ ਚਾਹ ਪਿਆ ਰਿਹਾ, ਮੇਰੇ ਵੱਲੋਂ ਅੱਜ ਇਹ ਲੰਗਰ ਹੈ। ਯਾਨੀ ਮੈਂ ਕੌਣ ਹੁੰਨਾ ਜਦ ਦਿੱਤਾ ਹੀ ਉਸ ਗੁਰੂ ਦਾ ਹੈ। ਇਹਨਾਂ ਥਾਵਾਂ 'ਤੇ ਆ ਕੇ ਫਿਰ ਵੀ ਅਸੀਂ ਆਪਣੀ ਮੈਂ ਨਾ ਛੱਡੀਏ, ਤਾਂ ਇਸ ਤੋਂ ਹੋਰ ਮਾੜੀ ਗੱਲ ਹੋ ਕੀ ਸਕਦੀ ਹੈ। ਕਦੇ ਤਾਂ ਨਿਮਰਤਾ ਸਹਿਤ ਇੱਕ ਸਿੱਖ ਬਣ ਕੇ ਇੱਥੇ ਆਈਏ ਕਿ ਅੱਜ ਸਭ ਕੁਝ ਤੇਰਾ ਹੀ ਦਿੱਤਾ ਖਾਣ ਲੱਗਿਆ, ਮੇਰੀ ਤਾਂ ਔਕਾਤ ਹੀ ਨਹੀਂ ਹੈ ਮੈਂ ਤੈਨੂੰ ਕਦੇ ਕੁਝ ਦੇ ਸਕਦਾ। ਉਸ ਦਿਨ ਉਹ ਵਾਕਈ ਚਾਹ ਪੀਤੀ ਜਾਂ ਲੰਗਰ ਦੀ ਬਰਕਤ ਤੁਹਾਨੂੰ ਅੰਦਾਜ਼ਾ ਹੀ ਨਹੀਂ ਕਿ ਕਿੰਨੀ ਕਮਾਲ ਦਿਖਾ ਸਕਦੀ ਹੈ। ਉਸੇ ਦਿਨ ਸਹੀ ਮਾਇਨਿਆਂ ਵਿੱਚ ਚੜ੍ਹਦੀ ਕਲਾ ਦੀ ਸਾਨੂੰ ਅਹਿਸਾਸ ਵੀ ਹੋਏਗਾ, ਅਤੇ ਉਸੇ ਦਿਨ ਸਮਝ ਆਏਗੀ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਕੀ ਹੈ। ਕਿਸ ਵਿੱਚ ਹਿੰਮਤ ਹੈ ਜੋ ਭਰੇ ਬਾਜ਼ਾਰ ਵਿੱਚ ਆਪਣਾ ਸੀਸ ਕਟਾ ਆਵੇ। ਕਿਸ ਵਿੱਚ ਹਿੰਮਤ ਹੈ ਜੋ ਭਰੇ ਬਾਜ਼ਾਰ ਵਿੱਚ ਆਪਣਾ ਸੀਸ ਕਟਾ ਆਵੇ। ਕੋਈ ਹੈ ਜਿਗਰੇ ਵਾਲਾ ਜੋ ਆਪਣੇ ਸੋਲ ਬਾਲਾਂ ਨੂੰ ਨੀਹਾਂ ਵਿੱਚ ਚਿਣਾ ਆਵੇ। ਕੌਣ ਹੈ ਜੋ ਜ਼ਬਰ ਦੀ ਤਲਵਾਰ ਨੂੰ ਲਹੂ ਆਪਣਾ ਪਿਆ ਆਵੇ। ਕੋਈ ਹੈ ਜੋ ਸਰਬੰਸ ਲੁਟਾ ਕੇ ਯਾਰੜੇ ਦੇ ਸੱਥਰ ਗਾਵੇ। ਕੌਣ ਹੈ ਜੋ ਤੱਤੀਆਂ ਤਵੀਆਂ 'ਤੇ ਭਾਣੇ ਮਿੱਠੇ ਦੇ ਬੋਲ ਗਾਵੇ। ਕੋਈ ਬਚਿਆ ਦਮ ਵਾਲਾ ਜੋ ਚਰਖੜੀਆਂ ਦੇ ਹੁਲਾਰਿਆਂ 'ਚ ਨਪੀੜਿਆ ਜਾਵੇ। ਸੀ ਤੱਕ ਨਾ ਕਰੇ ਖਿੜੇ ਮੱਥੇ ਆਰਿਆਂ ਨਾਲ ਚਿਰਵਾਇਆ ਜਾਵੇ।
ਅੱਜ ਦੇ ਦਿਨ ਕੌਣ ਹੈ ਜੋ ਪੁੱਠੀਆਂ ਖਲਾਂ ਲੁਹਾ ਕੇ ਗੁਰੂ ਲਈ ਵਾਰਿਆ ਜਾਵੇ? ਕਿੱਥੋਂ ਲਿਆਈਏ ਮਹਾਂ ਸਿੰਘ ਵਰਗਾ ਵੀਰ ਜੋ ਸਾਡਾ ਲਿਖਿਆ ਬੇਦਾਵਾ ਪਾੜ ਜਾਵੇ? ਕੌਣ ਜੋੜੇਗਾ ਸਾਡੀ ਟੁੱਟੀ ਗੰਢੀ? ਨਾ ਰੱਖੇ ਕੇਸ ਨਾ ਦਸਤਾਰ, ਨਾ ਬੋਲੀ ਨਾ ਸੱਭਿਆਚਾਰ। ਕੋਈ ਤਾਂ ਮਾਛੀ ਵਾੜੇ 'ਚ ਚੁੱਭੇ ਕੰਢੇ ਦੀ ਪੀੜ ਅੱਜ ਹੰਡਾਵੇ। ਕੋਈ ਤਾਂ ਸੰਪੂਰਨ ਸਿੱਖ ਹੋਣ ਦਾ ਦਾਵਾ ਕਰ ਵਿਖਾਏ ਕਿ ਅੱਜ ਦੇ ਦਿਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੁਝ ਪਲਾਂ ਲਈ ਮੈਂ ਛੰਡ ਦਿੱਤਾ। ਪਰ ਅਫਸੋਸ ਸੰਪੂਰਨ ਸਿੱਖ ਹੋਣ ਦਾ ਦਾਵਾ ਕਰਨ ਵਾਲਾ ਸਾਡੇ ਵਿੱਚੋਂ ਕੋਈ ਹੈ ਹੀ ਨਹੀਂ। ਜ਼ੁਲਮ ਦੇ ਵਿਰੁੱਧ ਫਿਰ ਕੋਈ ਕਦੇ ਤਾਂ ਬੁਲੰਦ ਆਵਾਜ਼ ਲਗਾਵੇ। ਕੋਈ ਤਾਂ ਮਰਦ ਅਗੰਮੜੇ ਨਾਲ ਕੀਤਾ ਵਾਅਦਾ ਪੂਰ ਨਿਭਾਵੇ। ਕਦੇ ਤਾਂ ਫਿਰ ਇੱਕ ਦਮਦਾਰ ਆਵਾਜ਼ ਕਿਸੇ ਪੰਡਾਲ ਵਿੱਚੋਂ ਆਵੇ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ख्वार ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ। ਮੈਂ ਤੁਹਾਡੇ ਵਿੱਚ ਸਿਰਫ ਇੰਨੇ ਕੁ ਸਮੇਂ ਲਈ ਹਾਜ਼ਰ ਹਾਂ, ਪਰ ਮੇਰਾ ਫਿਰ ਸੁਨੇਹਾ ਇਹੋ ਰਹਿਣਾ ਜੀ ਕਿ ਘੱਟੋ ਘੱਟ ਕਿਸੇ ਦਿਨ ਇੱਕ ਦਿਨ ਤਾਂ ਅਸੀਂ ਗੁਰੂ ਸਾਹਿਬ ਦੇ ਕੋਲ ਆਪਣੇ ਖਜ਼ਾਨਿਆਂ ਦੀ ਗੱਲ ਨਾ ਕਰੀਏ ਅਤੇ ਅਰਦਾਸ ਤੋਂ ਬਾਅਦ ਸਰਬੱਤ ਦੇ ਭਲੇ ਤੋਂ ਬਾਅਦ ਆਪਣੇ ਲਈ ਕੁਝ ਵੱਖ ਮੰਗਣ ਲਈ ਨਾ ਲਿਆ ਕਰੀਏ, ਨਾ ਆਪਣੇ ਪੌਂਡਾਂ ਦਾ ਜ਼ਿਕਰ ਕਰੀਏ। ਉਸ ਦਿਨ ਸਹੀ ਮਾਇਨਿਆਂ ਵਿੱਚ ਗੁਰੂ ਦੇ ਨਾਲ ਜੁੜਾਂਗੇ। ਮੈਨੂੰ ਇੱਕ ਜੈਕਾਰਾ ਅੱਜ ਸਿਰਫ ਤਾਂ ਗੱਜਿਓ ਜੇ ਸੱਚਮੁੱਚ ਤੁਸੀਂ ਅੱਜ ਤੋਂ ਬਾਅਦ ਆਪਣੇ ਪੈਸੇ ਦਾ ਵਿਖਾਵਾ ਗੁਰੂ ਸਾਹਿਬ ਅੱਗੇ ਨਹੀਂ ਕਰੋਗੇ ਅਤੇ ਪੈਸੇ ਤੋਂ ਪਰਾਂ ਕਦੇ ਤਾਂ ਪੰਥ ਦੇ ਲਈ ਕੋਈ ਇੱਕ ਅਰਦਾਸ ਕਰਾਂਗੇ ਕਿ ਸਾਡਾ ਪੰਥ ਚੜ੍ਹਦੀ ਕਲਾ ਵਿੱਚ ਰਹੇ। ਦੁਨੀਆ ਭਰ ਵਿੱਚ ਜਿੱਥੇ ਵੀ ਕੋਈ ਸਿੰਘ ਰਵੇ ਉਹ ਸਾਡੇ ਪੰਥ ਦਾ ਲਹਿਰਾਉਂਦਾ ਹੋਇਆ ਝੰਡਾ ਲੈ ਕੇ ਖੜਾ ਹੋਵੇ ਅਤੇ ਉਸ ਮੁਲਕ ਵਿੱਚ ਇੰਨਾ ਇੱਜ਼ਤ ਮਾਣ ਪਾਵੇ ਕਿ ਸਾਡੇ ਮੁਲਕ ਵਿੱਚ ਜੇ ਕੋਈ ਇੱਕ ਵੀ ਸਿੰਘ ਖੜਾ ਤਾਂ ਇਸ ਮੁਲਕ ਨੂੰ ਉਹਦੇ ਉੱਤੇ ਮਾਣ ਹੋਣਾ ਚਾਹੀਦਾ ਕਿ ਇੱਥੇ ਕੋਈ ਸਿੰਘ ਜਾਂ ਸਿੰਘਣੀ ਲੋਕ ਤਰਸਣ ਕਿ ਸਾਡੇ ਮੁਲਕਾਂ ਵਿੱਚ ਆਉਣ, ਕਿਉਂਕਿ ਇਹ ਸਾਡੇ ਮੁਲਕ ਦਾ ਮਾਣ ਹੈ। ਇਹਨਾਂ ਸਦਕਾ ਸਾਡਾ ਮੁਲਕ ਵੀ ਸੁਰੱਖਿਅਤ ਹੈ ਕਿਉਂਕਿ ਇਹ ਜਾਨਾਂ 'ਤੇ ਵਾਰਨ ਵਾਲੇ ਨੇ ਅਤੇ ਇਹਨਾਂ ਸਦਕਾ ਸਾਡੇ ਮੁਲਕ ਦੀ ਤਰੱਕੀ ਹੋਏਗੀ ਕਿਉਂਕਿ ਇਹਨਾਂ ਦੀ ਸਾਂਝ ਹੈ ਜੋ ਹਰ ਮੁਲਕ ਵਿੱਚ ਬੈਠੇ ਇੱਕ ਇੱਕ ਸਿੰਘ ਦੀ ਆਪਸ ਵਿੱਚ ਹੈ, ਜੋ ਸਿਰਫ ਗੁਰੂ ਸਾਹਿਬ ਦੀ ਦਿੱਤੀ ਪਛਾਣ ਕਰਕੇ ਹੈ। ਉਸ ਦਿਨ ਵਾਕਈ ਹਰ ਸਿੱਖ ਹਰ ਥਾਂ 'ਤੇ ਰਾਜ ਆਪਣੇ ਖਾਲਸੇ ਦਾ ਸਲਾਮ 'ਤੇ ਸਥਾਪਿਤ ਕਰ ਸਕੇਗਾ। ਇਹੋ ਜਿਹੇ ਸਥਾਪਿਤ ਕੀਤੇ ਰਾਜ ਦੀ ਸਾਨੂੰ ਸਭਨਾਂ ਨੂੰ ਰਲ ਕੇ ਅਰਦਾਸ ਕਰਨੀ ਚਾਹੀਦੀ ਹੈ। ਸੋ ਇੱਕ ਜੈਕਾਰਾ ਕਿ ਅਸੀਂ ਨਿੱਜ ਨੂੰ ਪਰਾਂ ਰੱਖ ਕੇ ਅੱਜ ਗੁਰੂ ਦੇ ਨਾਲ ਜੁੜ ਕੇ ਖਾਲਸੇ ਦੀ ਚੜ੍ਹਤ ਦੀ ਅਰਦਾਸ ਕਰਿਆ ਕਰਾਂਗੇ। ਜੇ ਸੱਚਮੁੱਚ ਸਹਿਮਤ ਹੋ ਤਾਂ ਜੈਕਾਰਾ ਗੱਜਿਓ, ਜੇ ਨਹੀਂ ਤਾਂ ਰੱਬ ਤੁਹਾਡਾ ਭਲਾ ਕਰੇ। ਗੁਰੂ ਸਾਹਿਬ ਦੀ ਹਜ਼ੂਰੀ ਵਿੱਚੋਂ ਅਤੇ ਮੈਂ ਦੱਸ ਚੁੱਕੀ ਹਾਂ 10 ਲੱਖ ਸ਼ਹੀਦ ਨੇ ਸਾਡੇ ਪਿੱਛੇ ਜਿਨ੍ਹਾਂ ਸਦਕਾ ਅੱਜ ਮਾਣ ਨਾਲ ਬੈਠੇ ਹਾਂ। ਸੋ ਜੈਕਾਰਾ ਗੱਜ ਸਕਦੇ ਹੋ ਜੇ ਅਜੇ ਵੀ ਗੁਰੂ ਦੇ ਸਿੱਖ ਅਖਵਾਉਣ ਜੋਗੇ ਹੋ, ਅਜੇ ਵੀ ਬੋਤਾ ਸਿੰਘ ਵਾਂਗ ਖੜੇ ਹੋਣ ਦੀ ਤਾਕਤ ਰੱਖਦੇ ਹੋ, ਜਾਂ ਅਜੇ ਵੀ ਮਾਂ ਗੁਜਰੀ ਦੀ ਸ਼ੇਰਨੀ ਕੋਈ ਹੈ ਤਾਂ ਦਮਦਾਰ ਆਵਾਜ਼ ਕੱਢ ਕੇ ਜੈਕਾਰਾ ਗੱਜੋ ਜ਼ਰਾ। ਇਹ ਆਵਾਜ਼ ਜ਼ਰਾ ਕੁ ਜਵਾਬ ਦੇਣ ਵਾਲੀ ਸ਼ੇਰਾਂ ਵਾਂਗ ਤਾਂ ਨਹੀਂ ਸੀ। ਸਿੰਘ ਦਾ ਮਤਲਬ ਜ਼ਰਾ ਕੁ ਗਲਾ ਸਾਫ਼ ਕਰਕੇ ਗੱਜੋ, ਛਾਤੀ 'ਚ ਸੰਗੀਨਾ ਵਾੜਨ ਵਾਲੇ ਸਿੰਘਾਂ ਦੀ ਅੱਗੋਂ ਔਲਾਦ ਹੋ। ਇਹ ਵਾਅਦਾ ਜੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਿ ਅਸੀਂ ਅੱਜ ਤੋਂ ਬਾਅਦ ਗੁਰੂ ਘਰਾਂ ਵਿੱਚ ਨਿੱਜ ਦਾ ਤਿਆਗ ਕਰਕੇ ਖਾਲਸੇ ਦੀ ਚੜ੍ਹਤ ਦੀ ਅਰਦਾਸ ਕਰਾਂਗੇ। ਯਕੀਨਨ ਉਸ ਦਿਨ ਤਬਦੀਲੀ ਤੁਹਾਡੇ ਸਾਹਮਣੇ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਇੱਕ ਮੇਰੇ ਵੀ ਜੈਕਾਰੇ ਦਾ ਜਵਾਬ ਦੇ ਦਿਓ, ਬੋਲੇ ਸੋ ਨਿਹਾਲ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਖਿਮਾ ਦੀ ਜਾਚਕ ਹਾਂ ਜੇ ਕੋਈ ਸ਼ਬਦ ਗਲਤ ਵਰਤਿਆ ਗਿਆ ਹੋਵੇ, ਪਰ ਅੱਜ ਸੱਚਮੁੱਚ ਕੁਝ ਤੁਹਾਡੇ ਅੰਦਰਲਾ ਫੌਲਾਦ ਜਗਾਉਣ ਆਈ ਸਾਂ ਕਿ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਕਦੇ ਤਾਂ ਅਸੀਂ ਨਿੱਜ ਛੱਡੀਏ, ਤਿਆਗੀਏ। ਉਸ ਦਿਨ ਸਾਡੀ ਚੜ੍ਹਤ
ਕੋਈ ਦੇਖ ਕੇ ਹੈਰਾਨ ਰਹਿ ਜਾਏਗਾ ਕਿ ਇਹਨਾਂ 'ਚ ਕੀ ਕਮਾਲ ਵਾਪਰਦਾ ਜੇ। ਤੁਹਾਡੇ ਸਮੇਂ ਦਾ ਬਹੁਤ ਧੰਨਵਾਦ, ਕਿਉਂਕਿ ਕੀਮਤੀ ਸਮਾਂ ਜੇ, ਉਹ ਵੀ ਵਿਚਕਾਰ ਹਫਤੇ ਦੇ ਤੁਸੀਂ ਇੱਥੇ ਪਹੁੰਚੇ ਹੋ। ਬਹੁਤ ਤੁਹਾਡੀ ਰਿਣੀ ਆ, ਦਿਲੋਂ ਧੰਨਵਾਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ, ਜੋ ਮਾਣ ਸਤਿਕਾਰ ਤੁਸੀਂ ਦਿੱਤਾ ਹੈ। ਬਹੁਤ ਬਹੁਤ ਇੱਕ ਵਾਰ ਫਿਰ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਹੁਤ ਬਹੁਤ ਬੀਬੀ ਹਰਜਿੰਦਰ ਕੌਰ ਜੀ ਦਾ, ਜਿਨ੍ਹਾਂ ਨੇ ਗੁਰ ਇਤਿਹਾਸ ਦੇ ਵਿੱਚੋਂ ਜੋ ਅਨੇਕਾਂ ਹੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਉਹਨਾਂ ਦਾ ਕੁਝ ਜ਼ਿਕਰ ਕੀਤਾ ਹੈ। ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸਾਧ ਸੰਗਤ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਹਾ ਜਾਂਦਾ ਹੈ। ਬੀਬੀ ਜੀ ਦੇ ਨਾਲ ਜੋ ਸਰਦਾਰ ਸ਼ਿੰਦਰਪਾਲ ਸਿੰਘ ਜੀ, ਸਰਦੂਲ ਸਿੰਘ ਜੀ, ਉਹਨਾਂ ਦੀ ਟੀਮ ਦੇ ਮੈਂਬਰ ਜੋ ਆਏ ਹਨ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿਹਾ ਜਾਂਦਾ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਇਹਨਾਂ 'ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਕਰਨ। ਸੋ ਹੁਣ ਜੋ ਬੀਬੀ ਦਾ ਸਨਮਾਨ ਕੀਤਾ ਜਾਣਾ ਹੈ, ਉਹਨਾਂ ਤੋਂ ਉਪਰੰਤ ਸਾਡੇ ਕੋਲ ਦਾਸ ਬੇਨਤੀ ਕਰੂਗਾ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ, ਉਹ ਸਟੇਜ 'ਤੇ ਸੱਜਣ ਦੀ ਕਿਰਪਾਲਤਾ ਕਰਨ। ਬੋਲੇ ਸੋ ਨਿਹਾਲ। ਹੁਣ ਸਾਡੇ ਕੋਲ ਜੋ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ